ਤੁਸੀਂ ਆਮ ਆਦਮੀ ਪਾਰਟੀ ਕਿਹਾ ਕਿ ਕੋਈ ਕਦੀ ਭੇਜ ਦਿੰਦੇ ਆ ਪੰਜਾਬ 'ਚ, ਕੋਈ ਕਿਸੇ ਨੂੰ ਬਾਹਰੋਂ ਭੇਜ ਦਿੰਦੇ ਨੇ। ਕੈਪਟਨ ਸਾਹਿਬ ਵੀ ਪਿਛਲੀ ਵਾਰੀ ਵੀ ਲੈ ਕੇ ਆਏ ਸੀ ਤੇ ਐਤਕੀ ਵੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਲੈ ਕੇ ਆਏ ਨੇ। ਦੇਖੋ ਮੈਂ ਇੱਕ ਉਸ ਗੱਲ ਨੂੰ ਤੁਸੀਂ ਪ੍ਰਸ਼ਾਂਤ ਕਿਸ਼ੋਰ ਨਾਲ ਰਿਲੇਟ ਨਾ ਕਰੋ। ਪਰ ਜ਼ਰੂਰਤ ਕੀ ਪੈ ਗਈ ਸਲਾਹਕਾਰ ਦੀ? ਕੈਪਟਨ ਸਾਹਿਬ ਦੀ ਆਪਣੀ ਵਿਜ਼ਨ ਕਲੀਅਰ ਨਹੀਂ। ਨਹੀਂ ਇਸ ਤਰ੍ਹਾਂ ਕਣਕ ਦੀ ਖਰੀਦ ਸ਼ੁਰੂ ਹੈ, ਕੇਂਦਰ ਹਜੇ ਤੱਕ ਅੜਿਆ ਹੋਇਆ ਕਿ ਅਸੀਂ ਸਿੱਧੀ ਅਦਾਇਗੀ ਕਰਨੀ ਹੈ, ਅਸੀਂ ਕੋਈ ਤੁਹਾਡੀ ਨਹੀਂ ਸੁਣਨੀ। ਚਲੋ ਜੇ ਅੜਿਆ ਰਹਿੰਦਾ, ਹਜੇ ਕੈਪਟਨ ਸਾਹਿਬ ਹੋਰਾਂ ਦੀ ਵੀ ਮੀਟਿੰਗ ਚੱਲ ਰਹੀ ਹੈ ਆੜਤੀਆਂ ਦੇ ਨਾਲ, ਕੁਝ ਨਹੀਂ ਬਣਦਾ, ਕੇਂਦਰ ਸਿੱਧੀ ਅਦਾਇਗੀ ਕਰੇਗਾ ਕਿਵੇਂ? ਨਾ ਉਸਨੇ ਜ਼ਿਮੀਂਦਾਰਾਂ ਦੇ ਕੋਈ ਲੈਂਡ ਰਿਕਾਰਡ ਲਿੱਤੇ, ਚਲੋ 6 ਮਹੀਨੇ ਗੱਲ ਟਾਲ ਦਿੱਤੀ, ਨਾ ਕੋਈ ਬੈਂਕ ਖਾਤੇ ਲਿੱਤੇ, ਨਾ ਕੋਈ ਕੁਛ ਲਿਆ, ਨਾ ਕੋਈ ਪ੍ਰੂਫ ਲਿਆ, ਅਦਾਇਗੀ ਹੋਏਗੀ ਕਿਸ ਤਰ੍ਹਾਂ? ਕਿਤੇ ਤੁਸੀਂ ਤਾਂ ਨਹੀਂ ਆਪਣਾ ਆੜਤੀਏ ਦਾ ਵੋਟ ਬੈਂਕ ਬਚਾਉਣ ਲਈ ਇਹ ਕਰ ਰਹੇ? ਕ੍ਰਾਈਸਿਸ ਹੋਵੇ ਨਾ, ਆਪਾਂ ਨੂੰ ਹਰ ਗੱਲ ਵੋਟ ਬੈਂਕ ਦੇ ਨਾਲ ਨਹੀਂ ਜੋੜਨੀ ਚਾਹੀਦੀ। ਮੈਂ ਆਪਣਾ ਇਹ ਮੰਨਣਾ ਕ੍ਰਾਈਸਿਸ ਪਰ ਜੁੜ ਜਾਂਦੀ ਹੈ ਨਾ, ਕਿਉਂਕਿ 2022 ਨੇੜੇ ਆ ਰਹੀ ਹੈ। ਉਹ ਇਹ ਨਹੀਂ ਦੇਖ ਰਿਹਾ ਕਿ ਅਕਾਲੀ ਦਲ ਦਾ ਹੈ ਕਿ ਕਾਂਗਰਸੀ ਹੈ ਜਾਂ ਕੋਈ ਹੋਰ ਹੈ। ਅੱਜ ਦੀ ਡੇਟ 'ਚ ਕ੍ਰਾਈਸਿਸ ਤਾਂ ਫਿਰ ਸਾਰਿਆਂ ਤੇ। ਜੇ ਪੈਸਾ ਨਹੀਂ ਦਾ ਸਰਕਲ ਨਹੀਂ ਚੱਲੇਗਾ ਤੇ ਆੜਤੀਆ ਵੀ ਖਰਾਬ ਹੋਏਗਾ, ਬਜਾਜੀ ਵਾਲਾ ਵੀ ਖਰਾਬ ਹੋਏਗਾ, ਪੰਪ ਵਾਲਾ ਵੀ ਖਰਾਬ ਹੋਏਗਾ, ਸਾਰੀ ਦੁਕਾਨਦਾਰਾਂ ਸਾਰੇ ਖਰਾਬ ਹੋਵਾਂਗੇ। ਜੇ ਕੇਂਦਰ ਨਾਲ ਪੰਜਾਬ ਸਰਕਾਰ ਦਾ ਨਹੀਂ ਤਾਲਮੇਲ ਬੈਠਦਾ, ਕਿਸਾਨਾਂ ਦੀ ਕਣਕ ਦਾ ਇੱਕ ਦਾਣੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲੈਂਦੀ ਹੈ। ਜ਼ਿਮੀਂਦਾਰ ਆੜਤੀਏ ਦੇ ਪੈਸੇ ਮਾਰਨ ਲੱਗ ਪੈਣ ਔਰ ਆੜਤੀਏ ਜਿਹੜੇ ਹੈਗੇ ਆ ਉਹਨਾਂ ਦੇ ਉਹਦੀ ਫਸਲ ਨਾ ਪ੍ਰਕਿਓਰ। ਦੇਖੋ ਅਲਟੀਮੇਟਲੀ ਇਹ ਬਲਦੀ ਅੱਗ ਦੇ ਵਿੱਚ ਘੀ ਪਾਉਣ ਵਾਲਾ ਕੰਮ ਹੈ। ਢੀਂਡਸਾ ਸਾਹਿਬ ਦੇ ਨਾਲ ਅਕਾਲੀ ਦਲ ਦੇ ਵਿੱਚ ਆਈਡੀਓਲੋਜੀਕਲੀ ਉਹ ਡਿਫੰਕਟ ਨੇ। ਉਹਨਾਂ ਨੇ ਇੱਕ ਇਹੋ ਜਿਹੇ ਨੌ ਸਿੱਖਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਹੜੇ ਜਿਨ੍ਹਾਂ ਕੋਲੇ ਕਿਸੇ ਗੱਲ ਦੇ ਪ੍ਰੈਕਟੀਕਲ ਸੋਲੂਸ਼ਨ ਜਾਂ ਜਿਹਨੂੰ ਕਹੀਏ ਮੈਚੁਰ ਆਈਡੀਆਜ਼ ਨਹੀਂ ਨੇ। ਹੋਰ ਜਿੰਨੇ ਪੋਲੀਟੀਕਲ ਸਟੇਕ ਹੋਲਡਰ ਆ ਉਹਨਾਂ ਦੇ ਬਾਰੇ ਵੀ ਕਰ ਰਹੇ ਜੀ, ਉਹਨਾਂ ਨੂੰ ਵੀ ਲੈ ਲਓ, ਉਹਨਾਂ ਨੂੰ ਵੀ ਲੈ ਲਓ, ਉਹਨਾਂ ਨੂੰ ਵੀ ਲੈ ਲਓ। ਤੇ ਇਹਦਾ ਮਤਲਬ ਕਿ ਉਹਨਾਂ ਕੋਲੇ ਕੋਈ ਬਲੂਪ੍ਰਿੰਟ ਜਾਂ ਗੇਮ ਪਲਾਨ ਨਹੀਂ ਗਾ। ਅਸੀਂ ਹਿੰਦੁਸਤਾਨ ਨੂੰ ਡੈਮੋਕ੍ਰੈਟਿਕ ਰੱਖੀਏ। ਪਰ ਰਮਨ ਜੀ ਉਹ ਤਾਂ ਫਿਰ ਤੁਹਾਡੀ ਵੋਟਾਂ ਲੈਣ ਦਾ ਹੋ ਗਿਆ ਨਾ। ਪਰ ਇਹ ਹੁਣ ਤਾਂ ਪੈਸਾ ਲੋਕਾਂ ਦੀ ਜੇਬ ਚੋਂ ਜਾ ਰਿਹਾ ਨਾ, ਪੰਜਾਬ ਦੀ ਜਨਤਾ ਦੀ ਜੇਬ ਚੋਂ ਜਾ ਰਿਹਾ ਨਾ। ਕਣਕ ਦੀ ਖਰੀਦ ਸ਼ੁਰੂ ਹੋਣੀ ਹੈ, ਆੜਤੀਏ ਪਰੇਸ਼ਾਨ ਨੇ, ਕਿਸਾਨ ਪਰੇਸ਼ਾਨ ਨੇ ਕਿ ਸਾਨੂੰ ਪੈਸੇ ਕਿਵੇਂ ਆਉਣੇ ਆ, ਕਿਉਂਕਿ ਕੇਂਦਰ ਅੜਿਆ ਹੋਇਆ ਕਿ ਅਸੀਂ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਪਾਉਣੀ ਹੈ, ਥਰੂ ਆੜਤੀਆਂ ਨਹੀਂ ਪਾਵਾਂਗੇ। ਕੀ ਸਾਰਾ ਹੁਣ ਚੱਲ ਰਿਹਾ, ਤੁਹਾਡੀ ਕੀ ਪਲੈਨਿੰਗ ਹੈ ਇਸ ਹਫ਼ਤੇ? ਕਿ ਵੀ ਅਸੀਂ ਪੈਸਾ ਦੇਣਾ ਮੈਂ ਸਿਰਫ ਕਿਸਾਨ ਨੂੰ ਜਿਹੜਾ ਉਪਜਾ, ਤੇ ਕੀ ਯੂਪੀ ਔਰ ਬਿਹਾਰ ਜਾਂ ਜਿਹੜੇ ਹੋਰ ਸਟੇਟਸ ਦਾ ਕਿਸਾਨ ਹੈ ਉਹ ਪੈਦਾਵਾਰ ਜਿਹੜਾ ਦੇ ਰਿਹਾ, ਕੀ ਉਹ ਐਂਟਾਈਟਲਡ ਨਹੀਂਗਾ ਐਮਐਸਪੀ ਨੂੰ? ਕੇਂਦਰ ਕਹਿੰਦੀ ਕਾਂਗਰਸ ਦਾ ਵੀ ਸ਼ੁਰੂ ਤੋਂ ਇਹੀ ਸੀਗਾ ਕਿ ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੇਮੈਂਟ ਪਾਣਾ, ਤਾਂ ਇਹ 'ਚ ਨਵਾਂ ਕੀ ਹੋਇਆ? ਅੱਜ ਕਾਂਗਰਸ ਕਿਉਂ ਵਿਰੋਧ ਕਰ ਰਹੀ? ਉਹਦੇ ਵਿੱਚ ਮੇਰਾ ਜਿਹੜਾ ਇੱਕ ਫੰਡਾਮੈਂਟਲ ਰਾਈਟ ਹੈ ਕਿ ਵੀ ਮੈਂ ਆਪਣੀ ਇਨਕਮ ਨੂੰ ਕਿਵੇਂ ਖਰਚ ਕਰਨਾ, ਮੇਰੇ ਹੱਥ ਨਹੀਂ ਹੈ। ਕੇਂਦਰ ਸਰਕਾਰ ਬਿਲਕੁਲ ਕਵੇ, ਪਰ ਜੇ ਕਿਸਾਨ ਇਹ ਕੰਸੈਂਟ ਦੇ ਦਿੰਦਾ ਵੈ ਕਿ ਵੀ ਮੈਂ ਆੜਤੀਏ ਨੂੰ ਪੇਮੈਂਟ ਦੇਣੀ ਹੈ ਤੇ ਮੇਰੀ ਪੇਮੈਂਟ ਕੱਟ ਕੇ ਉਹ ਮੈਨੂੰ ਦੇ ਦੇਵੇ, ਤੇ ਫਿਰ ਉਹਦੇ 'ਚ ਸਾਡਾ ਇੱਕ ਤੁਸੀਂ ਇੱਕ ਨਵਾਂ ਫਾਈਨੈਂਸ਼ੀਅਲ ਕ੍ਰਾਈਸਿਸ ਕ੍ਰੀਏਟ ਕਰ ਰਹੇ ਹੋ। ਜਿਵੇਂ 2022 ਨੇੜੇ ਆ ਰਹੀ ਹੈ, ਉਸੇ ਤਰ੍ਹਾਂ ਹੀ ਸਿਆਸਤ ਦੇ ਗਲਿਆਰਿਆਂ ਦੇ ਵਿੱਚ ਸਿਆਸਤ ਤੇਜ਼ ਹੋਈ ਜਾ ਰਹੀ ਹੈ। ਬੀਤੇ ਦਿਨ ਇੱਕ ਖਬਰ ਆਈ ਸੀ ਕਿ ਆਮ ਆਦਮੀ ਪਾਰਟੀ ਦਾ ਤੇ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜੋ ਸੁਖਦੇਵ ਸਿੰਘ ਢੀਂਡਸਾ ਵੱਲੋਂ ਬਣਾਈ ਗਈ ਸੀ, ਉਹਨਾਂ ਦੇ ਨਾਲ ਗੱਠਜੋੜ ਹੋਣ ਜਾ ਰਿਹਾ ਸੀ। ਸਾਰਾ ਦਿਨ ਕੱਲ੍ਹ ਇਹ ਮੁੱਦਾ ਭਖਿਆ ਰਿਹਾ, ਢੀਂਡਸਾ ਸਾਹਿਬ ਹੋਰਾਂ ਦਾ ਵੀ ਬਿਆਨ ਆਇਆ, ਆਮ ਆਦਮੀ ਪਾਰਟੀ ਵੱਲੋਂ ਵੀ ਬਿਆਨ ਆਏ। ਉਸ ਤੋਂ ਬਾਅਦ ਅਗਲਾ ਮੁੱਦਾ ਇੱਕ ਹੋਰ ਭਖਦਾ ਜਾ ਰਿਹਾ ਹੈ, ਜੋ ਕਣਕ ਦੀ ਅਦਾਇਗੀ ਦਾ ਮੁੱਦਾ। ਕੱਲ 10 ਅਪ੍ਰੈਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ। ਆੜਤੀਆਂ ਦੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਨਾਲ ਮੀਟਿੰਗ ਚੱਲ ਰਹੀ ਹੈ। ਕੇਂਦਰ ਆਪਣੇ ਗੱਲ ਤੇ ਅੜਿਆ ਹੋਇਆ ਕਿ ਅਸੀਂ ਜਿਹੜੀ ਅਦਾਇਗੀ ਆ ਉਹ ਥਰੂ ਆੜਤੀਆਂ ਨਹੀਂ, ਡਾਇਰੈਕਟ ਕਿਸਾਨਾਂ ਦੇ ਖਾਤਿਆਂ ਦੇ ਵਿੱਚ ਪਾਵਾਂਗੇ। ਬੀਤੇ ਦਿਨ ਪੰਜਾਬ ਦੇ ਖੁਰਾਕ ਮੰਤਰੀ ਦੀ ਵੀ ਗੱਲ ਹੋਈ ਹੈ ਕੇਂਦਰੀ ਮੰਤਰੀ ਦੇ ਨਾਲ, ਪਰ ਕੋਈ ਸਿੱਟਾ ਨਹੀਂ ਨਿਕਲਿਆ, ਬੇਸਿੱਟਾ ਉਹ ਮੀਟਿੰਗ ਰਹੀ ਹੈ। ਇਸ ਤੋਂ ਬਾਅਦ ਹੋਰ ਸਿਆਸਤ ਤੇਜ਼ ਹੋ ਰਹੀ ਹੈ, ਕਿਉਂਕਿ ਕੱਲ ਤੋਂ ਮੰਡੀਆਂ ਦੇ ਵਿੱਚ ਕਣਕ ਆਉਣੀ ਸ਼ੁਰੂ ਹੋ ਜਾਣੀ ਹੈ ਤੇ ਕਿਸ ਤਰ੍ਹਾਂ ਖਰੀਦ ਹੋਏਗੀ, ਆੜਤੀਏ ਪਰੇਸ਼ਾਨ ਨੇ ਇਸ ਸਮੇਂ। ਇਸ ਹਫ਼ਤੇ ਹੀ ਮੁੱਦਿਆਂ ਤੇ ਗੱਲਬਾਤ ਕਰਨ ਲਈ ਸਾਡੇ ਨਾਲ ਲੁਧਿਆਣਾ ਤੋਂ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਅਤੇ ਕਾਂਗਰਸ ਦੇ ਬੁਲਾਰੇ ਰਮਨ ਸੁਬਰਾਮਨੀਅਮ ਜੀ ਮੌਜੂਦ ਨੇ, ਇਹਨਾਂ ਨਾਲ ਗੱਲਬਾਤ ਕਰਾਂਗੇ। ਰਮਨ ਜੀ ਬਹੁਤ ਬਹੁਤ ਸਵਾਗਤ ਹੈ ਜੀ। ਥੈਂਕ ਯੂ ਸਰ। ਰਮਨ ਜੀ, ਸਭ ਤੋਂ ਪਹਿਲਾ ਸਵਾਲ ਜੋ ਅੱਜ ਦਾ ਭਖਦਾ ਮੁੱਦਾ ਤੇ ਲੋੜ ਵੀ ਹੈ, ਕੱਲ ਤੋਂ ਕਣਕ ਦੀ ਖਰੀਦ ਸ਼ੁਰੂ ਹੋਣੀ ਹੈ, ਆੜਤੀਏ ਪਰੇਸ਼ਾਨ ਨੇ, ਕਿਸਾਨ ਪਰੇਸ਼ਾਨ ਨੇ ਕਿ ਸਾਨੂੰ ਪੈਸੇ ਕਿਵੇਂ ਆਉਣੇ ਆ, ਕਿਉਂਕਿ ਕੇਂਦਰ ਅੜਿਆ ਹੋਇਆ ਕਿ ਅਸੀਂ ਸਿੱਧੀ ਅਦਾਇਗੀ ਕਿਸਾਨਾਂ ਦੇ ਖਾਤਿਆਂ 'ਚ ਪਾਉਣੀ ਹੈ, ਥਰੂ ਆੜਤੀਆਂ ਨਹੀਂ ਪਾਵਾਂਗੇ। ਕੀ ਸਾਰਾ ਹੁਣ ਚੱਲ ਰਿਹਾ, ਤੁਹਾਡੀ ਕੀ ਪਲੈਨਿੰਗ ਹੈ ਇਸ ਹਫ਼ਤੇ? ਦੇਖੋ, ਦੋ ਤਰ੍ਹਾਂ ਦੇ ਕ੍ਰਾਈਸਿਸ ਹੁੰਦੇ ਆ। ਇੱਕ ਕ੍ਰਾਈਸਿਸ ਹੁੰਦਾ ਵਾ ਕਿ ਜਿਹੜਾ ਕਿ ਅਚਾਨਚਕ ਹੋ ਜਾਂਦਾ ਵਾ, ਵਿਚ ਵਾਸ ਬਿਯੋਂਡ ਦਾ ਕੰਟਰੋਲ ਆਫ ਐਨੀ ਸਟੇਕ ਹੋਲਡਰ, ਜਿਹਨੂੰ ਆਪਾਂ ਕੁਦਰਤੀ ਆਪਤਾ ਕਹਿੰਦੇ ਆ।
ਇੱਕ ਹੁੰਦਾ ਵਾ ਮੈਨ ਮੇਡ ਕ੍ਰਾਈਸਿਸ। ਸਮਝ ਜੀ, ਤੁਸੀਂ ਇੱਕ ਗੱਲ ਨੂੰ ਸਮਝੋ ਕਿ ਅਸੀਂ 4-5 ਮਹੀਨੇ ਦੇ ਇੱਕ ਐਜੀਟੇਸ਼ਨ ਦੇ ਮੋਡ ਦੇ ਵਿੱਚ ਹੈਗੇ ਵੇਂ, ਖਾਸ ਕਰਕੇ ਪੰਜਾਬ ਔਰ ਹਰਿਆਣਾ ਦੇ ਕਿਸਾਨ ਖੇਤੀ ਬਿੱਲਾਂ ਨੂੰ ਲੈ ਕੇ। ਉਹ ਖੇਤੀ ਬਿੱਲਾਂ ਦਾ 3 ਟਰੋਇਕਾ ਇਹੋ ਜਿਹਾ ਲੈ ਕੇ ਆਏ ਜਿਹਦੇ ਵਿੱਚ ਸਾਨੂੰ ਲੋਕਾਂ ਨੂੰ ਲੂਪ 'ਚ ਨਹੀਂ ਰੱਖਿਆ ਗਿਆ, ਅਨਕੌਂਸਟੀਟਿਊਸ਼ਨਲ ਅਨਪਾਰਲੀਮੈਂਟਰੀ ਤਰੀਕੇ ਦੇ ਨਾਲ ਆਰਡੀਨੈਂਸ ਦੇ ਰੂਟ ਦੇ ਨਾਲ ਕਰੋਨਾ ਮਹਾਮਾਰੀ ਦੇ ਟਾਈਮ ਜਦੋਂ ਲੋਕ ਹਲਾ ਆਪਣੇ ਆਪ ਨੂੰ ਸੰਭਾਲ ਹੀ ਰਹੇ ਸੀਗੇ, ਉਹਦੇ ਵਿੱਚ ਇਹਨਾਂ ਨੇ ਇਹ ਇੱਕ ਆਪਣਾ ਡਰਾਮਾ ਰਚਤਾ। ਹੁਣ ਗੱਲ ਇਹ ਵੀ ਹੈ ਕਿ ਅਸੀਂ 12-11 ਵਾਰੀ ਉਹਨਾਂ ਦੀ ਮੀਟਿੰਗ ਹੋ ਗਈ ਤੇ ਗੱਲ ਬੇਸਿੱਟਾ ਨਿਕਲੀ ਹੈ ਔਰ ਗੱਲ ਕਿਤੇ ਅੱਗੇ ਮੇਜਰ ਬ੍ਰੇਕ ਥਰੂ ਦੇ ਨਹੀਂ ਆ ਰਹੀ। ਪਹਿਲੀ ਵਾਰੀ ਇਹ ਦੇਖਿਆ ਜਾ ਰਿਹਾ ਹੈਗਾ ਵਾ ਕਿ ਇੱਕ ਸੈਂਟਰ ਜਿਹੜੀ ਸਰਕਾਰ ਜਿਹਦਾ ਕਿ ਹਿੰਦੁਸਤਾਨ ਦੇ ਰਿਸੋਰਸਿਸ ਤੇ ਬੜਾ ਮੇਜਰ ਹੋਲਡ ਹੈਗਾ ਵਾ, ਉਹ ਇਹਨਾਂ ਚੀਜ਼ਾਂ ਨੂੰ ਹੋਰ ਐਸਕੇਲੇਟ ਕਰ ਰਹੀ ਹੈ ਉਸ ਨੂੰ। ਔਰ ਉਹਦਾ ਰਿਐਕਸ਼ਨ ਇਹ ਹੋ ਰਿਹਾ ਵਾ ਕਿ ਜਿਹੜਾ ਇੱਥੋਂ ਦਾ ਕਿਸਾਨ ਹੈਗਾ ਵਾ, ਉਹ ਕਿਸਾਨ ਜਾਂ ਕਿਸਾਨੀ ਜਾਂ ਪੰਜਾਬੀ ਜਿਹੜੇ ਹੈਗੇ ਆ, ਉਹ ਲਾਮਬੰਦ ਹੋ ਕੇ ਇਹਨਾਂ ਦੇ ਖਿਲਾਫ ਇੱਕ ਤਰ੍ਹਾਂ ਦੀ ਪੋਲੀਟੀਕਲ ਐਜੀਟੇਸ਼ਨ ਅਕ੍ਰੋਸ 5 ਸਟੇਟ ਜਿੱਥੇ ਇਲੈਕਸ਼ਨ ਹੋ ਰਿਹਾ ਉੱਥੇ ਵੀ ਜਾ ਕੇ ਉਹਨਾਂ ਨੂੰ ਇੰਪੈਕਟ ਪਾਇਆ। ਹੁਣ ਇਹ ਐਕਸ਼ਨ ਔਰ ਰਿਐਕਸ਼ਨ ਹੈ, ਇਸ ਐਕਸ਼ਨ ਐਂਡ ਰਿਐਕਸ਼ਨ ਦਾ ਇੱਕ ਪਾਰਟ ਜਿਹੜਾ ਹੈਗਾ ਵਾ ਉਹ ਹੁਣ ਕੱਲ ਤੋਂ ਜਿਹੜੀ ਅਦਾਇਗੀ ਦਾ ਇੱਕ ਗੱਲ ਤਾਂ ਖਿਆਲ ਇਹ ਵੈ ਵੀ ਜਿਹੜੀ ਤਾਂ ਸੀਸੀਐਲ ਲਿਮਿਟ ਹੈ 21,000 ਕਰੋੜ ਦੀ ਆ ਗਈ ਹੈ। ਸੈਂਟਰ ਦਾ ਤਰਕ ਇਹ ਵੈ ਕਿ ਇਹ ਜਿਹੜੀ ਪੈਸਾ ਹੈਗਾ ਵਾ ਡਾਇਰੈਕਟ ਕਿਸਾਨਾਂ ਨੂੰ ਦਿੱਤਾ ਜਾਵੇ। ਇਹਦੇ ਵਿੱਚ ਹੀ ਡਿਕੋਟਮੀ ਬੜੀ ਵੱਡੀ ਹੈ, ਇਹਦੇ ਵਿੱਚ ਹੀ ਕਨਫਿਊਜ਼ਨ ਬੜੀ ਵੱਡੀ ਹੈ। ਇੱਕ ਪਾਸੇ ਤਾਂ ਤੁਹਾਡੇ ਸੈਂਟਰ ਦੇ ਐਕਟ ਹੈਗੇ ਆ ਜਿਹੜੇ ਅੱਜ ਦੀ ਡੇਟ 'ਚ ਅਲਾਉ ਕਰਦੇ ਆ ਯੂਪੀ ਦੇ, ਬਿਹਾਰ ਦੇ, ਬਾਹਰ ਦੇ ਬੰਦਿਆਂ ਨੂੰ ਕਿ ਵੀ ਤੁਸੀਂ ਐਮਐਸਪੀ ਦੀ ਕਿਸੇ ਵੀ ਮਾਰਕੀਟ 'ਚ ਜਾ ਕੇ ਆਪਣੇ ਪੈਸੇ ਪੇ ਕਰ ਸਕਦੇ ਹੋ, ਤੁਸੀਂ ਆਪਣਾ ਫਸਲ ਵੇਚ ਸਕਦੇ ਹੋ। ਦੂਜੇ ਪਾਸੇ ਇਹ ਕਹਿ ਰਹੇ ਆ ਕਿ ਵੀ ਅਸੀਂ ਪੈਸਾ ਦੇਣਾ ਮੈਂ ਸਿਰਫ ਕਿਸਾਨ ਨੂੰ ਜਿਹੜਾ ਉਪਜਾ, ਤੇ ਕੀ ਯੂਪੀ ਔਰ ਬਿਹਾਰ ਜਾਂ ਜਿਹੜੇ ਹੋਰ ਸਟੇਟਸ ਦਾ ਕਿਸਾਨ ਹੈ ਉਹ ਪੈਦਾਵਾਰ ਜਿਹੜਾ ਦੇ ਰਿਹਾ ਕੀ ਉਹ ਐਂਟਾਈਟਲਡ ਨਹੀਂ ਗਾ ਐਮਐਸਪੀ ਲਈ? ਪਹਿਲੀ ਗੱਲ ਉਹ ਜੇ ਬੰਦਾ ਇੱਥੇ ਆਂਦਾ ਵੈ, ਇਹਨਾਂ ਕੋਲੇ ਕਿਹੜਾ ਢੰਗ ਤਰੀਕਾ ਵੈ ਕਿ ਵੀ ਉਸ ਨੂੰ ਐਮਐਸਪੀ ਦਾ ਜਿਹੜਾ ਪੈਸਾ ਉਹਦੇ ਖਾਤੇ 'ਚ ਪਾਇਆ ਜਾਵੇ? ਕਿਉਂਕਿ ਜਿਹੜਾ ਏਪੀਐਮਸੀ ਸਿਸਟਮ ਹੈ ਉਹਦੇ ਵਿੱਚ ਇੱਕ ਆੜ੍ਹਤੀਏ ਦਾ ਬੜਾ ਵੱਡਾ ਰੋਲ ਹੈ ਔਰ ਇਹ ਆੜ੍ਹਤੀਏ ਦਾ ਰੋਲ ਓਵਰ ਦਾ ਈਅਰਸ ਇੱਕ ਇਵੋਲਵ ਹੋਇਆ ਰੋਲ ਹੈ ਜਿਹਦੇ ਵਿੱਚ ਉਹ ਆੜ੍ਹਤੀਆ ਇਕੱਲਾ ਉਹਦੀ ਫਸਲ ਨਹੀਂ ਚੱਕਦਾ ਜਾਂ ਵੇਚਦਾ, ਦੁੱਖ ਸੁੱਖ 'ਚ ਕੰਮ ਆਉਂਦਾ ਉਹਦੇ, ਪਲੱਸ ਉਹਦਾ ਇੱਕ ਦੇ ਨਾਨ ਇੰਸਟੀਟਿਊਸ਼ਨਲ ਲੈਂਡਰ ਹੈ। ਸਾਡੀ ਜਿਹੜੀ ਆਰਥਿਕਤਾ ਵੈ ਕਿਸਾਨੀ ਦੀ, ਉਹ ਇਸ ਆਰਥਿਕਤਾ ਦੇ ਵਿੱਚ ਇੱਕ ਸਾਡੀ ਸਾਰੇ ਇੱਕ ਕੜੀ ਹੈ ਜਿਹਦੇ ਵਿੱਚ ਕਿਸਾਨ ਇੱਕ ਕੜੀ ਹੈ, ਆੜ੍ਹਤੀਆ ਇੱਕ ਕੜੀ ਹੈ, ਉਹਦੇ ਨਾਲ ਜੁੜੇ ਹੋਰ ਕੰਮ ਵਾਲੇ ਕੜੀ ਦੇ ਵਿੱਚ ਹੈਗੇ ਆ, ਚਾਹੇ ਉਹ ਕੀਟਨਾਸ਼ਕ ਹੈ, ਚਾਹੇ ਉਹ ਬੀਜਾਂ ਹੈਗੇ ਆ, ਚਾਹੇ ਉਹ ਪੈਟਰੋਲ ਪੰਪ ਵਾਲੇ ਹੈਗੇ ਆ। ਇਹ ਸਾਰਾ ਇੱਕ ਤਾਣਾ ਬਾਣਾ ਇੱਦਾਂ ਬਣਿਆ ਹੋਇਆ ਕਿਉਂਕਿ ਜਿਹੜਾ ਕਿਸਾਨ ਹੈ ਉਹ 6 ਮਹੀਨੇ ਤਾਂ ਜਿਹੜਾ ਵੈ ਉਹ ਕਰਜ਼ਾ ਲੈਂਦਾ ਰਹਿੰਦਾ ਵੈ ਔਰ ਜਦੋਂ ਫਸਲ ਆਉਂਦੀ ਹੈ ਫਿਰ ਸਾਰਿਆਂ ਦੀ ਅਦਾਇਗੀ ਦਾ ਸਿਸਟਮ ਸ਼ੁਰੂ ਹੁੰਦਾ। ਹੁਣ ਮੈਨੂੰ ਇਹ ਗੱਲ ਸਾਨੂੰ ਸਾਡੇ ਸਮਝ ਤੋਂ ਪਰੇ ਕਿ ਇਸ ਟਾਈਮ ਜਦੋਂ ਕਿ ਹਿੰਦੁਸਤਾਨ ਦੇ ਵਿੱਚ ਲਾਈਵਲੀਹੁੱਡ ਦਾ ਇੱਕ ਕ੍ਰਾਈਸਿਸ ਹੈਗਾ ਵੈ, ਉਸ ਲਾਈਵਲੀਹੁੱਡ ਦੇ ਕ੍ਰਾਈਸਿਸ 'ਚ ਅਸੀਂ ਉਹਨੂੰ ਐਗਰੀਵੇਟ ਕਰਨਾ ਵੈ ਕਿ ਉਸ ਨੂੰ ਮਿਨੀਮਾਈਜ਼ ਕਰਨਾ ਵੈ। ਮੈਂ ਔਰ ਇੱਕ ਗੱਲ ਸਮਝ ਜੀ ਬੜੀ ਇੰਪੋਰਟੈਂਟ ਸਮਝ ਲਓ ਕਿ ਵੀ ਹਿੰਦੁਸਤਾਨ ਦੀ ਜਿਹੜੀ ਫੂਡ ਰੈਵੋਲੂਸ਼ਨ ਸੀਗੀ ਔਰ ਫੂਡ ਸਿਕਿਉਰਿਟੀ ਦੇ ਵਿੱਚ ਰੋਲ ਆਫ ਪੰਜਾਬ ਦੇ ਕਿਸਾਨ ਦਾ ਕੋਈ ਭੁੱਲਿਆ ਨਹੀਂ। ਬਿਲਕੁਲ, ਉਹ ਚਾਹੇ ਅਸੀਂ ਜਿਹੜੀ ਹੈ ਤੁਸੀਂ ਸਮਝ ਲਓ ਕੋਲਿਆਂ ਦੇ ਵਿੱਚੋਂ ਦੀ ਹੀਰੇ ਕੱਢੇ। ਜਦੋਂ ਲੋਕਾਂ ਨੂੰ ਜਿਹਨੂੰ ਕਹਿੰਦੇ ਨਾ ਬਾਹਰੋਂ ਇੱਕ ਲਾਲ ਰੰਗ ਦੀ ਕਣਕ ਆਉਂਦੀ ਸੀ PL 480 ਦੇ ਵਿੱਚ ਚੱਬਦੇ ਸੀ ਤੇ ਜਾੜਿਆਂ ਦੇ ਵਿੱਚ ਤੁਹਾਡੇ ਛਾਲੇ ਹੋ ਜਾਂਦੇ ਸੀਗੇ, ਉਹ ਖਾਧੀ ਨਹੀਂ ਜਾਂਦੀ ਸੀ। ਸ਼ਿਪ ਟੂ ਮਾਊਥ ਵਾਲਾ ਇੱਕ ਕਨਸੈਪਟ ਸੀਗਾ, ਉਸ ਤੋਂ ਅੱਜ ਅਨਾਜ ਦੇ ਭੰਡਾਰਨ। ਇਹ ਕਰੋਨਾ ਕਾਲ ਦੇ ਵਿੱਚ ਜੇ ਅੱਜ ਦੀ ਡੇਟ ਦੇ ਵਿੱਚ ਹਿੰਦੁਸਤਾਨ ਦੇ ਵਿੱਚ ਕੋਈ ਭੁੱਖਮਰੀ ਦੀ ਹਾਲਾਤ ਨਹੀਂ ਪੈਦਾ ਹੋਏ, ਉਹਦੇ ਵਿੱਚ ਬੜਾ ਵੱਡਾ ਕਾਰਨ ਪੰਜਾਬ ਔਰ ਹਰਿਆਣੇ ਦੇ ਉਹ ਭਰੇ ਹੋਏ ਗੋਦਾਮ ਸੀਗੇ
ਕਿ ਜਿਨ੍ਹਾਂ ਨੇ ਲੋਕਾਂ ਨੂੰ 6-6 ਮਹੀਨੇ 8-8 ਮਹੀਨੇ ਦਾ ਰਾਸ਼ਨ ਦੇ ਚੁੱਕੇ ਆ। ਗੱਲ ਬੜੀ ਸਮਝ ਜਿਹੜੀ ਕਿ ਸਾਰਿਆਂ ਨੂੰ ਆ ਰਹੀ ਹੈ ਔਰ ਇਹਦਾ ਇੱਕ ਰਿਜ਼ਲਟ ਨਿਕਲੇਗਾ ਵੀ ਕਿ ਇਸ ਟਾਈਮ ਬੀਜੇਪੀ ਦੀ ਸੈਂਟਰਲ ਸਰਕਾਰ ਇੱਕ ਸ਼ਰਾਰਤ ਔਰ ਇੱਕ ਸਾਨੂੰ ਜਿਹੜਾ ਵੈ ਸਬਕ ਸਿਖਾਉਣ ਦੇ ਮੂਡ ਦੇ ਵਿੱਚ ਹੈ। ਕੇਂਦਰ ਕਹਿੰਦੀ ਕਾਂਗਰਸ ਦਾ ਵੀ ਸ਼ੁਰੂ ਤੋਂ ਇਹੀ ਸੀਗਾ ਕਿ ਕਿਸਾਨਾਂ ਦੇ ਖਾਤਿਆਂ 'ਚ ਸਿੱਧਾ ਪੇਮੈਂਟ ਪਾਣਾ, ਤਾਂ ਇਹ 'ਚ ਨਵਾਂ ਕੀ ਹੋਇਆ? ਅੱਜ ਕਾਂਗਰਸ ਕਿਉਂ ਵਿਰੋਧ ਕਰ ਰਹੀ ਹੈ? ਮੈਂ ਇੱਕ ਗੱਲ ਜੇ ਤੁਸੀਂ ਕਹਿੰਦੇ ਪਏ ਹੋ, ਅਸੀਂ ਅੱਜ ਵੀ ਇਹ ਗੱਲ ਕਹਿ ਰਹੇ ਹਾਂ ਕਿ ਵੀ ਕਿਸਾਨ ਇੱਕ ਆਪਸ਼ਨ ਦੇ ਦੇਵੇ ਕਿ ਵੀ ਮੈਂ ਡਾਇਰੈਕਟ ਪੇਮੈਂਟ ਲੈਣੀ ਹੈ, ਜਿਹੜਾ ਪ੍ਰੋਡਿਊਸ ਕਰ ਰਿਹਾ ਉਹਨੂੰ ਆਪਸ਼ਨ ਤਾਂ ਦਿਓ ਨਾ ਕਿ ਮੈਂ ਆੜਤੀ ਦੇ ਥਰੂ ਦੇਣੀ ਹੈ। ਘੱਟੋ ਘੱਟ ਉਹਦੀ ਫਾਈਨੈਂਸ਼ੀਅਲ ਇੰਟੈਗ੍ਰਿਟੀ ਡਾਊਟਫੁਲ ਨਹੀਂ ਹੋਵੇਗੀ। ਅੱਜ ਦੀ ਰੇਟ ਦੇ ਵਿੱਚ ਜਿਹੜਾ ਲੈਣ ਦੇਣ ਦਾ ਤਾਣਾ ਬਾਣਾ ਮੈਂ ਉਹ ਬਿਖਰੇਗਾ ਨਹੀਂ। ਤੁਸੀਂ ਮੈਨੂੰ ਇਹ ਦੱਸੋ, ਆਪਾਂ ਇੱਕ ਸਹਿਜ ਇੱਕ ਐਗਜ਼ਾਮਪਲ ਲੈਂਦੇ ਹਾਂ। ਮੇਰੇ ਕੋਲੇ ਮੇਰੇ ਕਮਾਏ ਹੋਏ 10,000 ਰੁਪਏ, ਮੈਂ ਉਹ 10,000 ਰੁਪਇਆ ਕਿਸੇ ਨੂੰ ਦਾਨ ਦੇ ਦਿਆਂ ਜਾਂ ਕੋਈ ਚੀਜ਼ ਖਰੀਦ ਲਾਂ ਜਾਂ ਮੈਂ ਕਿਸੇ ਦੀ ਲੈਣ ਦੇਣ ਹੈ ਮੈਂ ਉਹਦੇ ਲਈ ਦੇ ਦਿਆਂ, ਤੁਸੀਂ ਮੈਨੂੰ ਇਹ ਗੱਲ ਦੱਸੋ ਕਿ ਉਹਦੇ ਵਿੱਚ ਮੇਰਾ ਜਿਹੜਾ ਇੱਕ ਫੰਡਾਮੈਂਟਲ ਰਾਈਟ ਹੈ ਕਿ ਵੀ ਮੈਂ ਆਪਣੀ ਇਨਕਮ ਨੂੰ ਕਿਵੇਂ ਖਰਚ ਕਰਨਾ, ਮੈਂ ਮੇਰੇ ਹੱਕ ਨਹੀਂ ਹੈ? ਕੇਂਦਰ ਸਰਕਾਰ ਬਿਲਕੁਲ ਕਵੇ, ਪਰ ਜੇ ਕਿਸਾਨ ਇਹ ਕੰਸੈਂਟ ਦੇ ਦਿੰਦਾ ਵੈ ਕਿ ਵੀ ਮੈਂ ਆੜਤੀਏ ਨੂੰ ਪੇਮੈਂਟ ਦੇਣੀ ਹੈ ਤੇ ਮੇਰੀ ਪੇਮੈਂਟ ਕੱਟ ਕੇ ਉਹ ਮੈਨੂੰ ਦੇ ਦੇਵੇ, ਤੇ ਫਿਰ ਉਹਦੇ 'ਚ ਸਾਡਾ ਇੱਕ ਤੁਸੀਂ ਇੱਕ ਨਵਾਂ ਫਾਈਨੈਂਸ਼ੀਅਲ ਕ੍ਰਾਈਸਿਸ ਕ੍ਰੀਏਟ ਕਰ ਰਹੇ ਹੋ। ਕਾਰਨ ਇਹ ਵੈ ਕਿ ਵੀ ਉਹਦੇ ਨਾਲ ਇੱਕ ਹਰ ਤਰ੍ਹਾਂ ਦਾ ਬੰਦਾ ਉਹ ਇਸ ਤਰੀਕੇ ਦੇ ਨਾਲ ਇਨਸਿਕਿਉਰ ਨਹੀਂ ਫੀਲ ਕਰੇਗਾ। ਮਤਲਬ ਤੁਸੀਂ ਕਹਿੰਦੇ ਹੋ ਕਿ ਆਪਸ਼ਨ ਦੇ ਦੇਣੀ ਚਾਹੀਦੀ ਹੈ ਕਿ ਆੜਤੀਆਂ ਥਰੂ ਅਸੀਂ ਪੇਮੈਂਟ ਲੈਣੀ ਹੈ, ਡਾਇਰੈਕਟ ਲੈਣੀ ਹੈ। ਮੈਂ ਇਹ ਗੱਲ ਕਹਿਣਾ ਮੈਂ ਕਿ ਤੁਸੀਂ 100 ਬੰਦਿਆਂ ਦੀ ਪੰਚਾਇਤ ਦੇ ਵਿੱਚ ਇੱਕ ਲੌਜੀਕਲੀ ਇਹ ਕੁਐਸਚਨ ਪੁੱਛ ਲਵੋ ਕਿ ਵੀ ਜੇ ਤੁਹਾਨੂੰ ਇਹ ਆਪਸ਼ਨ ਦਿੱਤੀ ਜਾਂਦੀ ਹੈਗੀ ਹੈ ਕਿ ਨੰਬਰ 1 ਕਿ ਵੀ ਤੁਸੀਂ ਆੜਤੀਏ ਦੇ ਥਰੂ ਲੈਣੀ ਹੈ ਕਿ ਡਾਇਰੈਕਟ ਲੈਣੀ ਹੈ, ਫਿਰ ਗੱਲ ਹੀ ਖਤਮ ਹੋ ਜਾਏਗੀ। ਜਿੱਥੇ ਕਿਸਾਨ ਇਨਸਿਕਿਉਰ ਫੀਲ ਕਰੇਗਾ ਉਹ ਡਾਇਰੈਕਟ ਲੈ ਲੇਗਾ ਪੇਮੈਂਟ, ਜਿੱਥੇ ਉਹ ਲੱਗੇਗਾ ਕਿ ਮੈंने ਆੜਤੀ ਦੇ ਪੈਸੇ ਦੇਣੇ ਤੇ ਪੈਸੇ ਦੇ ਕੇ ਲੈ ਲੇਗਾ। ਨੰਬਰ 1 ਇੱਕ ਸਮਝ ਲਓ ਇਹ ਕ੍ਰਾਈਸਿਸ ਕ੍ਰੀਏਟਡ ਕੀਤਾ ਕਿਉਂਕਿ ਬੀਜੇਪੀ ਦਾ ਪੰਜਾਬ ਔਰ ਹਰਿਆਣਾ ਦੇ ਵਿੱਚ ਪੋਲੀਟੀਕਲ ਅਸਤਿਤਵ ਖਤਮ ਹੋ ਚੁੱਕਿਆ ਹੈ ਔਰ ਅਮੰਗਸਟ ਦਾ ਫਾਰਮਰਸ ਆਫ ਇੰਡੀਆ ਇਹ ਆਉਣ ਵਾਲੇ ਟਾਈਮ ਦੇ ਵਿੱਚ ਪੋਲੀਟੀਕਲੀ ਇਹਨਾਂ ਨੂੰ ਜਿਹੜਾ ਨੁਕਸਾਨ ਹੋਣ ਵਾਲਾ ਵਾ, ਉਹ ਲੋਕਾਂ ਨੂੰ ਇਹ ਗੱਲ ਸਮਝ ਆ ਗਈ ਹੈ ਕਿ ਜਿਹੜਾ ਬੰਦੇ ਪੰਜਾਬ ਔਰ ਹਰਿਆਣਾ ਦੇ ਜਿਹੜੇ ਇੰਨੇ ਖੁਸ਼ਹਾਲ ਕਿਸਾਨ ਵੀ ਜਿਹੜੇ ਹੈਗੇ ਆ ਉਹ ਜੇ ਇੰਨੇ ਬੁਰੀ ਤਰ੍ਹਾਂ ਹਤਾਸ਼ ਨੇ ਤੇ ਸਾਡੇ ਨਾਲ ਕੀ ਹੋਣਾ ਵਾ। ਫਿਰ ਮੈਂ ਅੱਜ ਦੀ ਡੇਟ 'ਚ ਕਹਿਣਾ ਮੈਂ ਵੀ ਅੱਜ ਦੀ ਡੇਟ ਦੇ ਵਿੱਚ ਇਸ ਗੱਲ ਦਾ ਬੀਜੇਪੀ ਕੋਲੇ ਕੋਈ ਜਵਾਬ ਨਹੀਂ ਜਾਂ ਪਿਊਸ਼ ਗੋਇਲ ਕੋਲੇ ਜਾਂ ਮੰਤਰੀ ਜੀ ਕੋਲੇ ਕੋਈ ਜਵਾਬ ਨਹੀਂ ਕਿ ਜਿਹੜਾ ਤੁਸੀਂ ਵਨ ਨੇਸ਼ਨ ਵਨ ਮਾਰਕੀਟ ਦੇ ਕਨਸੈਪਟ ਦੇ ਨਾਲ ਲੈ ਕੇ ਆਏ ਹੋ ਵੀ ਜਿਹੜਾ ਬੰਦਾ ਬਿਹਾਰ ਤੋਂ ਯੂਪੀ ਤੋਂ ਜਾਂ ਹੋਰ ਕਿਸੇ ਸਟੇਟ ਤੋਂ ਲਿਆ ਕੇ ਸਾਡੀ ਕਣਕ ਅੱਜ ਦੀ ਰੇਟ 'ਚ ਪੰਜਾਬ 'ਚ ਵੇਚਣਾ ਚਾਹੁੰਦਾ ਪਿਆ ਵਾ, ਜਿਹੜਾ ਕਿ ਉਹ ਵੇਚ ਸਕਦਾ ਵਾ, ਕੋਈ ਉਹਦੇ ਤੇ ਗੈਰ ਕਾਨੂੰਨੀ ਨਹੀਂ, ਈਵਨ ਹਾਈ ਕੋਰਟ ਦੇ ਵਿੱਚ ਵੀ ਰਿਟਾਂ ਇਸ ਗੱਲ ਦੀਆਂ ਚੱਲ ਰਹੀਆਂ ਹੈਗੀਆਂ ਵਾ, ਤੇ ਉਹਦੀ ਪੇਮੈਂਟ ਦਾ ਤੁਹਾਡਾ ਢੰਗ ਤਰੀਕਾ ਕੀ ਹੋਵੇਗਾ? ਸਾਡੇ ਇੱਥੇ 1975 ਰੁਪਏ ਦੇ ਹਿਸਾਬ ਦੇ ਨਾਲ ਰੇਟ ਹੈਗਾ ਵਾ, ਉੱਥੇ ਸ਼ਾਇਦ 1100-1200 ਹੋਵੇਗਾ। ਉਹ ਕਿਉਂ ਨਹੀਂ ਚਾਹੇਗਾ ਕਿ ਵੀ ਮੈਂ ਪਹਾੜਾ ਕੱਚ ਕੇ ਮੈਂ ਉੱਥੇ ਜਾ ਕੇ ਖਰਚ ਦਿਆਂ? ਬਿਲਕੁਲ। ਪਹਿਲੀ ਗੱਲ, ਤੁਸੀਂ ਜੇ ਐਮਐਸਪੀ ਤੁਸੀਂ ਚਾਹੁੰਦੇ ਹੋ ਕਿ ਵੀ ਐਮਐਸਪੀ ਕਿਸਾਨ ਆਪਣੀ ਜਗ੍ਹਾ, ਤੇ ਫਿਰ ਤੁਸੀਂ ਸਾਰੀ ਜਗ੍ਹਾ ਤੋਂ ਐਮਐਸਪੀ ਵਾਲੇ ਖਰੀਦਣ ਲੱਪੋ। ਤੁਹਾਡੇ ਕੋਲੇ ਫਿਰ ਤਾਂ ਅੱਜ ਦੀ ਡੇਟ ਦੇ ਵਿੱਚ ਤਾਂ ਤੁਸੀਂ ਟੈਕਨੀਕਲੀ ਐਮਐਸਪੀ ਦਾ ਸਿਸਟਮ ਜਿੱਥੇ ਨਹੀਂ ਹੈਗਾ ਵਾ, ਜਿਹੜੀ ਸਟੇਟ ਦੇ ਵਿੱਚ ਨਹੀਂ ਹੈਗਾ ਵਾ, ਉਸ ਨੂੰ ਤੁਸੀਂ ਉਹਨੂੰ ਕ੍ਰੀਏਟ ਕਰਨ ਲਈ ਤੁਹਾਨੂੰ ਬਾਧਿਆ ਕਰਨਾ ਚਾਹੀਦਾ ਕਿ ਵੀ ਅਸੀਂ ਤਾਂ ਐਮਐਸਪੀ ਤੇ ਖਰੀਦਣਾ ਚਾਹੁੰਦੇ। ਹੁਣ ਜਿਹੜੀ ਸਾਰਿਆਂ ਨਾਲੋਂ ਵੱਡੀ ਗੱਲ ਹੈ ਕਿ ਇਹ ਇੱਕ ਕ੍ਰਾਈਸਿਸ ਕ੍ਰੀਏਟ ਕੀਤਾ ਗਿਆ ਵਾ, ਮੈਨ ਮੇਡ ਕ੍ਰਾਈਸਿਸ ਹੈ। ਇਸ ਕ੍ਰਾਈਸਿਸ ਦੇ ਵਿੱਚ ਸਾਰੇ ਲੋਕ ਬਾਕੀ ਇਨੋਸੈਂਟ ਹੈ। ਤੁਹਾਡੇ ਇਹ ਗੱਲ ਬਿਲਕੁਲ ਠੀਕ ਹੈ, ਪਰ ਇਸ ਗੱਲ ਦਾ ਇੱਕ ਨੈਕਸਟ ਲੈਵਲ ਵੀ ਮੈਂ ਜੋ ਐਂਟੀਸਪੇਟ ਕਰਦਾ ਪਿਆ। ਮੈਂ ਪੈਪਸੀ ਵਾਲਿਆਂ ਨੇ, ਤੁਹਾਨੂੰ ਯਾਦ ਹੋਣਾ, ਮੈਂ ਇੱਥੇ ਆਲੂਆਂ ਦਾ ਇੱਕ ਰੌਲਾ ਪੈ ਗਿਆ ਸੀ ਕੜੇ ਦੇ ਰਾਹੀਂ ਫਰਾਂਟ ਹੋਣ, ਉਹਨਾਂ ਨੂੰ ਪਹਿਲਾਂ ਵੈਂਡਰ ਜਿਹੜੇ ਕ੍ਰੀਏਟ ਕੀਤੇ, ਇੱਕ ਵਾਰੀ ਤਾਂ ਉਹਨਾਂ ਨੇ ਫਸਲ ਉਹਨਾਂ ਦੀ ਖਰਾਬ ਕਰਤੀ, ਉਹ ਤੰਗ ਵੀ ਹੋਏ, ਉਸ ਤੋਂ ਬਾਅਦ ਉਹਨਾਂ ਨੂੰ ਵੈਂਡਰ ਨਹੀਂ ਮਿਲੇ। ਇਹ ਹਿੰਦੁਸਤਾਨ ਦੀ ਜਿਹੜੀ ਸਰਕਾਰ ਹੈ ਅੱਗ ਨਾਲ ਖੇਡ ਰਹੀ ਹੈ। ਇੱਕ ਯਾਦ ਰੱਖਣਾ, ਸਾਡੀ ਨੈਸ਼ਨਲ ਸਿਕਿਉਰਿਟੀ ਇੰਟਰਨਲ ਤੇ ਐਕਸਟਰਨਲ ਇਸ ਗੱਲ ਤੇ ਡਿਪੈਂਡੈਂਟ ਹੈ ਕਿ ਜਿੱਥੇ ਫੂਡ ਸਿਕਿਉਰਿਟੀ ਕਰਕੇ, ਕਿਉਂਕਿ ਸਾਡੇ ਇੱਥੇ ਫੂਡ ਰਾਈਟਸ ਨਹੀਂ ਹੁੰਦੇ, ਤੁਸੀਂ ਉਹਨਾਂ ਦੇਸ਼ਾਂ ਦਾ ਪਤਾ ਕਰੋ ਜਿੱਥੇ ਹਾਈਪਰ ਇਨਫਲੇਸ਼ਨ ਦੇ ਨਾਲ, ਜਿੱਥੇ ਫੂਡ ਰਾਈਟਸ ਹੋਏ, ਫੂਡ ਇਨਸਿਕਿਉਰਿਟੀਜ਼ ਹੋਈਆਂ,
ਉੱਥੇ ਲੋਕਾਂ ਨੇ ਅਨਾਰਕੀ ਕ੍ਰੀਏਟ ਹੋ ਗਈ। ਔਰ ਇਹ ਹਿਸਟਰੀ ਇਸ ਗੱਲ ਦੀ ਗਵਾਹ ਹੈ ਕਿ ਫ੍ਰੈਂਚ ਰੈਵੋਲੂਸ਼ਨ ਦੇ ਵਿੱਚ ਜਦੋਂ ਉਹਨਾਂ ਨੂੰ ਕਿਹਾ ਵੀ ਸਾਡੇ ਕੋਲ ਬ੍ਰੈਡ ਖਾਣ ਨੂੰ ਨਹੀਂ, ਕੁਈਨ ਨੇ ਕਿਹਾ ਕਿ ਵੀ ਤੁਸੀਂ ਬ੍ਰੈਡ ਦੀ ਜਗ੍ਹਾ ਕੇਕ ਖਾ ਲਓ, ਤਖਤਾ ਪਲਟ ਹੋ ਗਿਆ ਸੀ, ਕਤਲੋ ਗੈਰਤ ਹੋ ਗਈ ਸੀ। ਕਿ ਇਹ ਜਿਹੜੇ ਬੀਜੇਪੀ ਵਾਲੇ ਇਸ ਗੱਲ ਨੂੰ ਸਮਝਾ ਰਹੇ ਹੈਗੇ ਆ, ਢੰਗ ਤਰੀਕੇ ਨਾਲ ਸਮਝਾਣ, ਇੰਕਰੀਮੈਂਟਲ ਚੇਂਜਸ ਲੈ ਕੇ ਆਣ, ਜੋ ਸਿਸਟਮ ਦੇ ਵਿੱਚ ਲੋਕਾਂ ਨੂੰ ਲੋਕ ਰਿਫਾਰਮਸ ਚਾਹੁੰਦੇ ਆ, ਕੋਈ ਗੱਲ ਨਹੀਂ, ਅਸੀਂ ਰਿਫਾਰਮ ਕਰਨ ਨੂੰ ਵੀ ਤਿਆਰ ਹਾਂ, ਪਰ ਜੇ ਨਾ ਗੱਲ ਤੇ ਗੂਠਾ ਰੱਖ ਕੇ ਰਿਫਾਰਮ ਨਾ ਕਰਾਓ, ਤੁਸੀਂ ਗਲਤ ਪਾਸੇ ਤੁਰ ਪਏ ਹੋ। ਔਰ ਇਹ ਕਿਉਂਕਿ ਸਿਰਫ ਉਹਨਾਂ ਨੂੰ ਇਹ ਹੌਸਲਾ ਹੈ ਕਿ ਸਾਡੇ ਕੋਲ ਹਲੇ 2 ਸਾਲ ਹੈ, 3 ਸਾਲ ਹੈ। ਇਹ ਮੈਂ ਤੁਹਾਨੂੰ ਦੱਸ ਦਿੰਦਾ ਮੈਂ ਕਿ ਬੀਜੇਪੀ ਦੀ ਸਾਰਿਆਂ ਨਾਲੋਂ ਵੱਡੀ ਲਾਇਬਿਲਿਟੀ ਜਿਹੜੀ ਹੈ ਉਹ ਅਮਿਤ ਸ਼ਾਹ, ਮੋਦੀ ਤੇ ਨੱਡਾ ਬਣਨਗੇ, ਜਿਨ੍ਹਾਂ ਦੇ ਨਾਂ ਤੇ ਜਿਹਨੂੰ ਵੋਟ ਮਿਲੀ ਹੈ, ਇਹਨਾਂ ਦੇ ਨਾਂ ਤੇ ਥੁੱਕਿਆ ਵੀ ਨਹੀਂ ਜਾਏਗਾ। ਰਮਨ ਜੀ, ਤੁਸੀਂ ਸਾਰਾ ਕੁਝ ਗਿਣਾਤਾ ਕਿ ਸਿੱਧੀ ਅਦਾਇਗੀ ਦੇ ਨਾਲ ਇਹ ਕੁਝ ਹੋਊਗਾ, ਪਰ ਜਦੋਂ ਡਾਕਟਰ ਮਨਮੋਹਨ ਸਿੰਘ ਹੋਰਾਂ ਦੀ ਸਰਕਾਰ ਸੀ ਉਹ ਵੀ ਇਹੀ ਚੀਜ਼ ਲੈ ਕੇ ਆਏ ਸੀ। ਮੈਨੂੰ ਦੇਖੋ 2 ਗੱਲਾਂ ਫਿਰ ਮੈਂ ਤੁਹਾਨੂੰ ਦੱਸਦਾ ਮੈਂ। ਇੱਕ ਹੁੰਦਾ ਵਾ ਵੀ ਰਿਫਾਰਮਸ ਇੰਕਰੀਮੈਂਟਲ ਹੁੰਦੇ, ਉਹਦੇ 'ਚ ਚੇਂਜ ਆਣੀ ਹੀ ਹੁੰਦੀ ਹੈ। ਨਹੀਂ, ਤੁਸੀਂ ਮੰਨਦੇ ਹੋ ਕਿ ਇਹ ਚੀਜ਼ ਸਹੀ ਹੈ ਕਿ ਕਿਸਾਨਾਂ ਦੇ ਖਾਤੇ ਸਿੱਧੇ ਆਉਣੇ ਚਾਹੀਦੇ ਨੇ, ਕਿਉਂਕਿ ਡਾਕਟਰ ਮਨਮੋਹਨ ਸਿੰਘ ਹੋਰੀ ਵੀ ਲੈ ਕੇ ਆਏ ਸੀ। ਮੈਂ ਇੱਕ ਬੜੀ ਸਿੰਪਲ ਗੱਲ ਦੇਖੋ, ਪਹਿਲੀ ਗੱਲ ਤਾਂ ਜਿਹੜੇ ਡਾਕਟਰ ਮਨਮੋਹਨ ਸਿੰਘ ਦੇ ਟਾਈਮ ਤੇ ਇਹ ਜਿਹੜਾ ਸਾਰਾ ਇਕੋਸਿਸਟਮ ਹੈ, ਇਹ ਆਧਾਰ ਬੇਸਡ ਆਈਟੀ ਬੇਸਡ ਇਕੋਸਿਸਟਮ ਹੈ। ਇਸ ਤੋਂ ਪਹਿਲਾਂ ਪੋਸੀਬਲ ਨਹੀਂ ਸੀਗਾ, ਜਦ ਤੱਕ ਸਾਡੇ ਕੋਲ ਆਈਟੀ ਨਹੀਂ ਆਈ, ਆਧਾਰ ਸਿਸਟਮ ਨਹੀਂ ਆਇਆ, ਯੂਨੀਕ ਆਈਡੀਆਜ਼ ਨਹੀਂ ਆਈਆਂ, ਬੈਂਕ ਨਾਲ ਲਿੰਕ ਨਹੀਂ ਹੋਇਆ, ਇਸ ਤੋਂ ਪਹਿਲਾਂ ਪੋਸੀਬਲ ਨਹੀਂ ਸੀਗਾ। ਜਦੋਂ ਮਨਮੋਹਨ ਸਿੰਘ ਉਹਨਾਂ ਦੇ ਟਾਈਮ ਤੇ ਇਹ ਆਧਾਰ ਤੋਂ ਬਾਅਦ ਹੀ ਸਾਰਾ ਕੁਝ ਹੋਇਆ ਹੈ। ਸਭ ਨਾਲ ਪਹਿਲੇ ਮੈਂ ਸਿਰਫ ਮੈਨੂੰ ਇਹਦੇ ਰਿਫਾਰਮ ਦੇ ਵਿੱਚ ਕੋਈ ਪ੍ਰੋਬਲਮ ਨਹੀਂ, ਮੈਂ ਇਹ ਗੱਲ ਕਹਿਣਾ ਪਿਆ, ਮਤਲਬ ਆਪਸ਼ਨ ਦੇਣ, ਮੈਂ ਬੜਾ ਸਿੰਪਲ ਹੈ ਕਿ ਜੇ ਮੈਂ ਇੱਕ ਕਿਸਾਨ ਹੈ, ਮੈਂ ਤੁਹਾਡੇ ਪੈਸੇ ਦੇਣੇ ਆ, ਤੁਸੀਂ ਮੈਨੂੰ ਉਧਾਰ ਇਸ ਕਰਕੇ ਦਿੱਤਾ ਸੀਗਾ ਕਿਉਂਕਿ ਤੁਸੀਂ ਸੋਚਿਆ ਸੀ ਵੀ ਜਦੋਂ ਇੱਕ ਕਿਸਾਨ ਫਸਲ ਲੈ ਕੇ ਆਵੇਗਾ, ਸਰਕਾਰ ਵੱਲੋਂ ਜਿਹੜੇ ਪੈਸੇ ਆਣਗੇ ਪਹਿਲਾਂ ਮੇਰੇ ਕੋਲ ਆਣਗੇ, ਮੈਂ ਉਹਦੇ ਨਾਲ ਹਿਸਾਬ ਕਿਤਾਬ ਕਰਕੇ ਮੈਂ ਉਹਦੇ ਪੈਸੇ ਦੇ ਦਿਆਂਗਾ। ਮੇਰੀ ਇੰਟੈਂਸ਼ਨ ਖਰਾਬ ਨਹੀਂ ਹੈ, ਤੁਹਾਡੀ ਇੰਟੈਂਸ਼ਨ ਖਰਾਬ ਨਹੀਂ ਹੈ, ਤੇ ਸਰਕਾਰ ਪੁਆੜਾ ਕਿਉਂ ਪਾ ਰਹੀ ਹੈ? ਮੈਂ ਉਸ ਮੰਥਰਾ ਦੀ ਗੱਲ ਕਰਦਾ ਪਿਆ ਮੈਂ ਕਿ ਜਿਸ ਨੇ ਰਾਮ ਨੂੰ ਜਦੋਂ ਕੀ ਕਹਿੰਦੇ ਆ ਰਾਜਗੱਦੀ ਦੇਣ ਲੱਗੇ ਸੀਗੇ, ਉਸ ਨੇ ਜਿਹੜਾ ਜ਼ਹਿਰ ਬੀਜਿਆ, ਜਿਹੜੀ ਇਹ ਮੰਥਰਾ ਦਾ ਕੰਮ ਜਿਹੜੀ ਅੱਜ ਬੀਜੇਪੀ ਦੀ ਸਰਕਾਰ ਕਰ ਰਹੀ ਹੈ, ਚਾਹੁੰਦੀ ਹੈ ਕਿ ਜਿਹੜਾ ਆੜਤੀਆ ਤੇ ਕਿਸਾਨ ਲੜ ਪੈਣ ਪੈਸੇ ਕਰਕੇ, ਉਹਨਾਂ ਦੇ ਰੌਲੇ ਪੈਣ। ਹੋਰ ਇਸ ਤੋਂ ਬਿਯੋਂਡ ਇੰਟੈਂਸ਼ਨ ਕੀ ਹੈ ਜੀ? ਮੇਰੀ ਗੱਲ ਸੁਣੋ, ਫੂਡ ਸਿਕਿਉਰਿਟੀ ਲਈ ਤੁਹਾਨੂੰ ਕਣਕ ਚਾਹੀਦੀ ਹੈ, ਕਣਕ ਅਸੀਂ ਤੁਹਾਨੂੰ ਦੇ ਰਹੇ ਹਾਂ, ਪ੍ਰੋਕਿਉਰ ਕਰਕੇ ਦੇ ਰਹੇ ਹਾਂ, ਹਰ ਚੀਜ਼ ਉਹਦੀ ਕੁਆਲਿਟੀ ਮੇਨਟੇਨ ਕਰਕੇ ਦੇ ਰਹੇ ਹਾਂ, ਉਹਨੂੰ ਸਟਾਕ ਕਰਕੇ ਦੇ ਰਹੇ ਹਾਂ, ਉਹਦੀ ਸਾਂਭ ਸੰਭਾਲ ਤੋਂ ਬਾਅਦ ਤੁਹਾਨੂੰ ਦੇ ਰਹੇ ਹਾਂ। ਮੈਂ ਇੱਕ ਆਮ ਜਨਤਾ ਤੋਂ ਇੱਕ ਲੌਜੀਕਲ ਕੁਐਸਚਨ ਸਿਰਫ ਪੁੱਛਣਾ ਚਾਹੁੰਦਾ, ਬੜਾ ਸਿੰਪਲ ਜਿਹਾ, ਤੁਸੀਂ ਮੈਨੂੰ ਇਹ ਦੱਸੋ ਵੀ ਇਹਦੇ 'ਚ ਸ਼ਰਾਰਤ ਹੈ ਕਿ ਨਹੀਂ ਹੈ? ਜੇ ਕਿਸਾਨ ਇਸ ਗੱਲ ਨੂੰ ਰਾਜੀ ਹੈ ਕਿ ਵੀ ਮੈਂ ਆੜਤੀ ਦੇ ਥਰੂ ਲੈਣ ਨੂੰ ਤਿਆਰ ਹਾਂ, ਤੇ ਫਿਰ ਕੀ ਪ੍ਰੋਬਲਮ ਹੈ ਜੀ? ਬਾਕੀ ਜਿੱਥੋਂ ਤੱਕ ਉਹ ਇਹ ਵੀ ਗੱਲ ਦਾ ਜਵਾਬ ਦੇਣ ਨਾ ਵੀ ਜਿਹੜਾ ਕਿਸਾਨ ਉੱਥੋਂ ਟਰੱਕ, ਹੁਣ ਜਿਵੇਂ ਅੱਜ ਬਠਿੰਡੇ ਰੋਪੜ ਸਾਈਡ ਤੇ ਕਹਿੰਦੇ ਆ ਕਿ ਵੀ ਲੋਕਾਂ ਨੇ ਟਰੱਕ ਰੋਕ ਲਿਆ ਜਿਹੜੇ ਬਾਹਰੋਂ ਆਏ ਆ, ਹੋ ਸਕਦਾ ਉਹ ਕਿਸਾਨ ਦੇ ਹੋਣ, ਹੋ ਸਕਦਾ ਵਪਾਰੀ ਦੇ ਹੋਣ, ਪਰ ਅੱਜ ਦੀ ਡੇਟ ਦੇ ਵਿੱਚ ਜਿਹੜਾ ਤੁਹਾਡਾ ਐਕਟ ਹੈ ਉਹ ਤੇ ਨਹੀਂ ਇਹ ਕਹਿੰਦਾ ਨਾ ਵੀ ਤੁਸੀਂ ਰੋਪੜ 'ਚ ਜਾਂ ਲੁਧਿਆਣੇ 'ਚ ਜਾਂ ਬਰਨਾਲੇ 'ਚ ਜਾਂ ਫਰੀਦਕੋਟ 'ਚ ਜਾ ਕੇ ਤੁਸੀਂ ਮਾਲ ਨਹੀਂ ਵੇਚ ਸਕਦੇ ਆਪਣਾ। ਮੈਂ ਇਹ ਕਹਿ ਰਿਹਾ ਕਿ ਉਹ ਕਿਸਾਨ ਜੇ ਮੰਨ ਲਓ ਉੱਥੋਂ ਫਸਲ ਚੱਕ ਕੇ ਲਿਆਂਦਾ ਵਾ, ਫਿਰ ਉਹਦੀ ਉਹ ਪੈਸਾ ਕਿੱਥੇ ਜਾਏਗਾ? ਤੁਹਾਡੇ ਸਾਹਮਣੇ ਹੁਣ ਹੱਲ ਇਹੀ ਹੈ ਕਿ ਮਤਲਬ ਪੁੱਛਣਾ ਚਾਹੀਦਾ ਕੇਂਦਰ ਸਰਕਾਰ ਨੂੰ, ਆਪਸ਼ਨ ਦੇ ਦੇਣੀ ਚਾਹੀਦੀ ਹੈ ਕਿ ਤੁਸੀਂ ਸਿੱਧੀ ਲੈਣੀ ਹੈ ਕਿ ਥਰੂ ਆੜਤੀਆਂ ਲੈਣੀ ਹੈ। ਪਹਿਲਾਂ ਤਾਂ ਕੇਂਦਰ ਸਰਕਾਰ ਇਸ ਗੱਲ ਨੂੰ ਸਮਝ ਲਵੇ ਕਿ ਕਿਸਾਨ ਪੰਜਾਬ ਦਾ ਔਰ ਪੰਜਾਬੀ ਜਿਹੜਾ ਅਣਖੀ ਹੈ। ਤੁਸੀਂ ਸਾਨੂੰ ਇੱਕ ਵਾਰੀ ਤਾਂ ਤੰਗ ਕਰ ਲਓਗੇ, ਪਰ ਕੱਲ ਨੂੰ ਜੇ ਹਿੰਦੁਸਤਾਨ ਭੁੱਖਾ ਮਰ ਗਿਆ ਤੇ ਜ਼ਿੰਮੇਵਾਰੀ ਤੁਹਾਡੀ ਹੈ। ਅਸੀਂ ਤਾਂ ਆਪਣਾ ਪੇਟ ਪਾਲ ਹੀ ਲਾਂਗੇ, ਸਾਡੇ ਤਾਂ ਇੱਥੇ ਕਿਸਾਨ, ਸਾਡੀ ਤਾਂ ਧਰਤੀ ਵੀ ਸੋਨੇ ਵਰਗੀ ਹੈ, ਪਾਣੀ ਵੀ ਅੰਮ੍ਰਿਤ ਵਰਗਾ ਵਾ, ਅਸੀਂ ਤਾਂ ਇੱਥੇ ਕੁਛ ਨਾ ਕੁਛ ਬਣਾ ਹੀ ਲਵਾਂਗੇ। ਪਰ ਇੱਕ ਵਾਰੀ ਕਣਕ ਤੇ ਝੋਨੇ ਦੇ ਸਾਈਕਲ ਤੋਂ ਅਸੀਂ ਬਾਹਰ ਆ ਗਏ ਤੇ ਤੁਹਾਡੀ ਫੂਡ ਸਿਕਿਉਰਿਟੀ ਹਿੰਦੁਸਤਾਨ ਪੂਰਾ ਨਹੀਂ ਕਰ ਸਕਦਾ। ਕੱਲ ਤੋਂ ਜਿਸ ਤਰ੍ਹਾਂ ਹੁਣ ਕਣਕ ਦੀ ਖਰੀਦ ਸ਼ੁਰੂ ਹੈ, ਕੇਂਦਰ ਹਜੇ ਤੱਕ ਅੜਿਆ ਹੋਇਆ ਕਿ ਅਸੀਂ ਸਿੱਧੀ ਅਦਾਇਗੀ ਕਰਨੀ ਹੈ, ਅਸੀਂ ਕੋਈ ਤੁਹਾਡੀ ਨਹੀਂ ਸੁਣਨੀ। ਚਲੋ ਜੇ ਅੜਿਆ ਰਹਿੰਦਾ, ਹਜੇ ਕੈਪਟਨ ਸਾਹਿਬ ਹੋਰਾਂ ਦੀ ਵੀ ਮੀਟਿੰਗ ਚੱਲ ਰਹੀ ਹੈ ਆੜਤੀਆਂ ਦੇ ਨਾਲ, ਕੁਝ ਨਹੀਂ ਬਣਦਾ, ਕੇਂਦਰ ਸਿੱਧੀ ਅਦਾਇਗੀ ਕਰੇਗਾ ਕਿਵੇਂ? ਨਾ ਉਸਨੇ ਜ਼ਿਮੀਂਦਾਰਾਂ ਦੇ ਕੋਈ ਲੈਂਡ ਰਿਕਾਰਡ ਲਿੱਤੇ, ਚਲੋ 6 ਮਹੀਨੇ ਗੱਲ ਟਾਲ ਦਿੱਤੀ, ਨਾ ਕੋਈ ਬੈਂਕ ਖਾਤੇ ਲਿੱਤੇ, ਨਾ ਕੋਈ ਕੁਛ ਲਿਆ, ਨਾ ਕੋਈ ਪ੍ਰੂਫ ਲਿਆ, ਅਦਾਇਗੀ ਹੋਏਗੀ ਕਿਸ ਤਰ੍ਹਾਂ? ਦੇਖੋ ਮੇਰਾ ਇੱਕ ਗੱਲ ਇਹਦੇ ਵਿੱਚ, ਕਿਉਂਕਿ ਆਪਣੇ ਖੁਰਾਕ ਮੰਤਰੀ ਤਾਂ ਕਹਿੰਦੇ ਨੇ ਕਿ 48 ਘੰਟਿਆਂ ਦੇ ਵਿੱਚ ਅਸੀਂ ਅਦਾਇਗੀ ਕਰਨ ਲਈ ਅਸੀਂ ਪਾਬੰਦ ਆ। ਮੇਰਾ ਇਹ ਮੰਨਣਾ ਹੈ ਕਿ ਗੱਲਬਾਤ ਚੱਲ ਰਹੀ ਹੈ, ਉਹ ਹੁਣੇ ਜੋ ਖਤਮ ਹੋਈ ਹੈ, ਸ਼ਾਮ ਨੂੰ ਐਸੋਸੀਏਸ਼ਨ ਦੇ ਲੋਕ ਜਿਹੜੇ ਹੈ ਦੁਬਾਰਾ ਆਪਣੀ ਪ੍ਰਪੋਜ਼ਲ ਲੈ ਕੇ ਆਪਣੇ ਬੰਦਰਾਂ ਨਾਲ ਗੱਲਬਾਤ ਕਰਕੇ
ਚੱਲਣ ਲੱਗੇ ਆ। ਇੱਕ ਗੱਲ ਫਿਰ ਮੈਨੂੰ ਸਮਝਦੀ, ਪੰਜਾਬ ਸਰਕਾਰ ਚਾਹੁੰਦੀ ਹੈ ਕਿ ਸਿਸਟਮ ਜਿਹੜਾ ਵਾ ਜਿੱਦਾਂ ਹੈਗਾ ਵਾ ਇਦਾਂ ਰਵੇ, ਇਹਦੇ 'ਚ ਆਪਸ਼ਨ ਆ ਜਾਏ ਨੰਬਰ 1, ਜਿਹਦੇ ਨਾਲ ਤੁਹਾਨੂੰ ਸਾਰਿਆਂ ਨੂੰ ਸਮਝ ਆ ਜਾਏਗੀ। ਇਹ ਅੜੀਅਲ ਮੁਲਕ ਅੱਜ ਦੀ ਡੇਟ 'ਚ ਨਾ ਆੜ੍ਹਤੀ ਦਾ, ਨਾ ਕਿਸਾਨ ਦਾ, ਨਾ ਪੰਜਾਬ ਸਰਕਾਰ ਦਾ, ਸਿਰਫ ਔਰ ਸਿਰਫ ਸ਼ਰਾਰਤੀ ਬੀਜੇਪੀ ਦੀ ਕੋਝੀ ਚਾਲ ਹੈ ਕਿ ਅਸੀਂ ਤਾਂ ਇੱਥੇ ਹੁਣ ਬਰਬਾਦ ਹੋ ਚੁੱਕੇ ਹੋਏ ਹਾਂ, ਇੱਥੇ ਅਸੀਂ ਇੱਕ ਤਰ੍ਹਾਂ ਦਾ ਅਨਾਰਕੀ ਫੈਲਾ ਦਈਏ। ਇਸ ਟਾਈਮ ਸਾਰੇ ਸਟੇਕ ਹੋਲਡਰਸ ਤੇ, ਜੋ ਮੇਰੀ ਇੱਕ ਛੋਟੀ ਮੋਟੀ ਪੋਲੀਟੀਕਲ ਸੂਝ-ਬੂਝ ਹੈ, ਕਿ ਸਾਨੂੰ ਇਹਨਾਂ ਨੂੰ ਆਊਟਸਮਾਰਟ ਕਰਨਾ ਪੈਣਾ। ਸਾਨੂੰ ਇਹੋ ਜਿਹਾ ਇੰਸਟੀਟਿਊਸ਼ਨਲ ਜਾਂ ਨਾਨ ਇੰਸਟੀਟਿਊਸ਼ਨਲ ਮੈਕੈਨਿਜ਼ਮ ਬਣਾਉਣਾ ਪੈਣਾ ਹੈ ਕਿ ਜਿਹੜਾ ਸਾਡਾ ਲੈਣਦਾਰੀ ਔਰ ਦੇਣਦਾਰੀ ਦਾ ਚੱਕਰ ਹੈ, ਜਿਹੜਾ ਕਿ ਡਿਸਰਪਟ ਹੋਣ ਦੇ ਕਿਨਾਰੇ ਖੜਾ ਹੈ, ਉਸ ਨੂੰ ਅਸੀਂ ਕਿਵੇਂ ਸੰਭਾਲਣਾ ਹੈ। ਕਿਤੇ ਤੁਸੀਂ ਤਾਂ ਨਹੀਂ ਆਪਣਾ ਆੜਤੀਏ ਦਾ ਵੋਟ ਬੈਂਕ ਬਚਾਉਣ ਲਈ ਇਹ ਕਰ ਰਹੇ? ਦੇਖੋ, ਮੇਰੀ ਇੱਕ ਗੱਲ ਅੱਜ ਦੀ ਡੇਟ ਦੇ ਵਿੱਚ ਨਾ, ਪਹਿਲੀ ਗੱਲ, ਜਦੋਂ ਕ੍ਰਾਈਸਿਸ ਹੋਵੇ ਨਾ, ਆਪਾਂ ਨੂੰ ਹਰ ਗੱਲ ਵੋਟ ਬੈਂਕ ਦੇ ਨਾਲ ਨਹੀਂ ਜੋੜਨੀ ਚਾਹੀਦੀ। ਮੈਂ ਆਪਣਾ ਇਹ ਮੰਨਣਾ, ਕ੍ਰਾਈਸਿਸ ਪਰ ਜੁੜ ਜਾਂਦੀ ਹੈ ਨਾ, ਕਿਉਂਕਿ 2022 ਨੇੜੇ ਆ ਰਹੀ ਹੈ। ਸਰ ਮੈਂ ਸਮਝੀ, ਮੈਂ ਫਿਰ ਦੇਖੋ ਗੱਲ, ਤੁਸੀਂ ਮੇਰੇ ਕੋਲ ਆਏ ਹੋ, ਮੈਂ ਆਪਣਾ ਇੱਕ ਪੁਆਇੰਟ ਆਫ ਵਿਊ ਰੱਖਣਾ। ਮੈਂ ਗੱਲ ਇਹ ਹੈ ਕਿ ਜਦੋਂ ਹਿੰਦੁਸਤਾਨ ਦੀ ਜਿਹੜੀ ਸਾਡੀ ਲੜਾਈ ਹੋਈ ਸੀ 1962 ਦੀ ਵਾਰ ਵਗੈਰਾ ਹੋਈ ਸੀਗੀ, ਸਾਡੇ ਕੋਲ ਰਿਸੋਰਸਿਸ ਨਹੀਂ ਸੀਗੇ। ਲੋਕਾਂ ਨੂੰ ਆਹਵਾਨ ਕੀਤਾ ਗਿਆ ਕਿ ਵੀ ਤੁਸੀਂ ਸਾਨੂੰ ਪੈਸਾ ਚਾਹੀਦਾ ਵਾ, ਤਾਂ ਲੋਕਾਂ ਨੇ ਆਪਣੇ ਘਰ ਦੇ ਜੁਐਲਰੀ ਸਭ ਕੁਝ ਦੇ ਦਿੱਤਾ ਦੇਸ਼ ਦੇ ਲਈ। ਅੱਜ ਦੀ ਡੇਟ ਦੇ ਵਿੱਚ ਜੇ ਸਾਡੇ ਉੱਤੇ ਕੋਈ ਕ੍ਰਾਈਸਿਸ ਹੈ, ਉਹ ਪੰਜਾਬ ਤੇ ਕ੍ਰਾਈਸਿਸ ਹੈ। ਪੰਜਾਬ ਦੀ ਹਰੇਕ ਪਿਓ, ਪੁੱਤ, ਮਾਂ, ਧੀ ਸਭ ਤੇ ਕ੍ਰਾਈਸਿਸ ਹੈ। ਉਹ ਇਹ ਨਹੀਂ ਦੇਖ ਰਿਹਾ ਕਿ ਅਕਾਲੀ ਦਲ ਦਾ ਹੈ ਕਿ ਕਾਂਗਰਸੀ ਹੈ ਜਾਂ ਕੋਈ ਹੋਰ ਹੈ। ਅੱਜ ਦੀ ਡੇਟ 'ਚ ਕ੍ਰਾਈਸਿਸ ਤਾਂ ਫਿਰ ਸਾਰਿਆਂ ਤੇ। ਜੇ ਪੈਸਾ ਨਹੀਂ ਦਾ ਸਰਕਲ ਨਹੀਂ ਚੱਲੇਗਾ ਤੇ ਆੜਤੀਆ ਵੀ ਖਰਾਬ ਹੋਏਗਾ, ਬਜਾਜੀ ਵਾਲਾ ਵੀ ਖਰਾਬ ਹੋਏਗਾ, ਪੰਪ ਵਾਲਾ ਵੀ ਖਰਾਬ ਹੋਏਗਾ, ਸਾਰੇ ਦੁਕਾਨਦਾਰਾਂ ਸਾਰੇ ਖਰਾਬ ਹੋਵਾਂਗੇ। ਅੱਜ ਦੀ ਡੇਟ ਦੇ ਵਿੱਚ ਸਾਡੇ ਸਾਰੇ ਤੇ ਕ੍ਰਾਈਸਿਸ ਜਿਹੜਾ ਵਾ ਉਹ ਕੇਂਦਰ ਸਰਕਾਰ ਨੇ ਪਾਇਆ ਵਾ। ਪਰ ਇਹਦਾ ਅੱਜ ਦੀ ਡੇਟ ਦੇ ਵਿੱਚ ਜਦੋਂ ਕਹੀਏ ਨਾ ਕਿ ਜਿਹੜਾ ਇਹਦਾ ਫਾਊਂਟੇਨ ਹੈਡ ਹੈ ਜਾਂ ਦਾ ਟਿਪ ਕੌਣ ਹੈ, ਟਿਪ ਅੱਜ ਦੀ ਡੇਟ 'ਚ ਪੰਜਾਬ ਸਰਕਾਰ ਹੈ। ਸਾਨੂੰ ਸਾਰਿਆਂ ਨੂੰ ਪੋਲਿਟਿਕਸ ਭੁੱਲ ਕੇ, ਕਿਉਂਕਿ ਮੈਂ ਆਮ ਆਦਮੀ ਪਾਰਟੀ ਦੇ ਲੀਡਰਾਂ ਦੀ ਗੱਲ ਸੁਣ ਰਿਹਾ ਸੀ ਬੜੇ, ਜੋ ਕਿਉਂਕਿ ਆਮ ਆਦਮੀ ਪਾਰਟੀ ਬੜੀ ਇਮੈਚੁਰ ਪਾਰਟੀ ਹੈਗੀ ਹੈ, ਇਹਨਾਂ ਨੂੰ ਹਲੇ ਗੱਲਬਾਤਾਂ ਦੀ ਸਮਝ ਨਹੀਂ ਗਈ, ਇਹਨਾਂ ਨੂੰ ਸਿਰਫ ਸ਼ੋਖੀਬਾਜ਼ੀ ਨਾਲ ਕਿ ਨਹੀਂ ਜੀ ਤਾਂ ਹਥਿਆਰ ਸੁੱਟ ਕੇ ਆ ਗਏ। ਹਥਿਆਰ ਕੀ ਸੁੱਟ ਕੇ ਆ ਗਏ ਜੀ? ਅਸੀਂ ਤਾਂ ਇਹ ਕਹਿ ਰਹੇ ਹਾਂ ਕਿ ਸਾਡੇ ਨਾਲ ਗੱਲ ਕਰੋ, ਅਸੀਂ ਤਾਂ ਆਪਸ਼ਨ ਲੈ ਕੇ ਗਏ ਹਾਂ ਕਿ ਤੁਸੀਂ ਆਪਸ਼ਨ ਹੈ ਦੇ ਦਿਓ। ਤੇ ਜਿਹੜੀ ਏਜੰਸੀ ਹੈ ਜਿਸ ਨੇ ਸਾਨੂੰ ਪੈਸੇ ਦੇਣੇ ਆ ਜਾਂ ਜਿਸ ਨੇ ਸਾਨੂੰ ਅਦਾਇਗੀਆਂ ਦੇਣੀਆਂ, ਉਹ ਕਿ ਮੈਂ ਨਾ ਮਾਨੂੰ ਮਾਈ ਵੇ ਔਰ ਦਾ ਹਾਈਵੇ ਵਾਲੇ ਐਟੀਟਿਊਡ ਨਾਲ ਬੈਠ ਜਾਣ ਤੇ ਲੋਕ ਅੱਜ ਦੀ ਡੇਟ 'ਚ ਨੁਕਸਾਨ ਵੀ ਝੱਲਣਗੇ। ਜੇ ਕੇਂਦਰ ਨਾਲ ਪੰਜਾਬ ਸਰਕਾਰ ਦਾ ਨਹੀਂ ਤਾਲਮੇਲ ਬੈਠਦਾ, ਕਿਸਾਨਾਂ ਦੀ ਕਣਕ ਦਾ ਇੱਕ ਦਾਣੇ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਲੈਂਦੀ ਹੈ। ਦੇਖੋ ਜਿੱਥੋਂ ਤੱਕ ਤਾਂ CCL ਲਿਮਿਟ ਹੈ, ਉਹ CCL ਲਿਮਿਟ ਅੱਜ ਵੀ ਜੇ ਆੜਤੀਆ ਮੰਨ ਲਓ ਮਾਰਕੀਟ 'ਚ ਆ ਜਾਣ, ਕਿਉਂਕਿ ਅੱਜ ਦੀ ਡੇਟ 'ਚ ਆੜਤੀਆ ਬਾਈਕਾਟ ਕਰ ਰਿਹਾ ਵਾ। ਆੜਤੀਆ ਜਿਸ ਦਿਨ ਮਾਰਕੀਟ 'ਚ ਆ ਜਾਣਗੇ, ਪ੍ਰੋਕਿਉਰਮੈਂਟ ਉਸੇ ਦਿਨ ਸ਼ੁਰੂ ਹੋ ਜਾਏਗੀ ਔਰ ਪੇਮੈਂਟ ਵੀ ਹੋ ਜਾਏਗੀ। ਸਿਰਫ ਹੁਣ ਤਾਂ ਆੜਤੀਆਂ ਨੂੰ ਦੇ ਇੰਟਰਸਟ ਅਸੀਂ ਕਿਵੇਂ ਵਾਚ ਕਰਨੇ ਆ, ਜਿਹੜੀ ਕਿ ਸ਼ਰਾਰਤ ਬੀਜੇਪੀ ਨੇ ਕੀਤੀ ਹੈ ਕਿ ਵੀ ਅਸੀਂ ਜ਼ਿਮੀਦਾਰ ਦਾ ਔਰ ਆੜਤੀਏ ਦਾ ਜਿਹੜਾ ਸਾਂਝ ਹੈ ਜਾਂ ਆੜਤੀਏ ਦੀ ਜਿਹੜਾ ਸਿਸਟਮ ਹੈ ਉਹਨੂੰ ਤੋੜਾਂ, ਉਹਨਾਂ ਦੇ ਵਿੱਚ ਪੈਸਿਆਂ ਦੇ ਰੌਲੇ ਪੈ ਜਾਣ, ਉਹ ਜ਼ਿਮੀਦਾਰ ਆੜਤੀਏ ਦੇ ਪੈਸੇ ਮਾਰਨ ਲੱਗ ਪੈਣ ਔਰ ਆੜਤੀਏ ਜਿਹੜੇ ਹੈਗੇ ਆ ਉਹਨਾਂ ਦੇ ਉਹਦੀ ਫਸਲ ਨਾ ਪ੍ਰੋਕਿਉਰ। ਦੇਖੋ ਅਲਟੀਮੇਟਲੀ ਇਹ ਬਲਦੀ ਅੱਗ ਦੇ ਵਿੱਚ ਘੀ ਪਾਉਣ ਵਾਲਾ ਕੰਮ ਹੈ। ਇਹਦੇ ਵਿੱਚ ਗੁੱਡ ਇੰਟੈਂਸ਼ਨ ਸਰਕਾਰ ਦੀ ਬਿਲਕੁਲ ਨਹੀਂ ਹੈ। ਬੀਜੇਪੀ ਔਰ ਇਸ ਗੱਲ ਬਾਰੇ ਮਤਲਬ ਇਹ ਹੁਣ ਪ੍ਰਤੱਖ ਹੈ। ਤੁਸੀਂ ਕਿਸੇ ਬੁੱਧੀਜੀਵੀ ਨਾਲ ਗੱਲ ਕਰ ਲਓ, ਕਿਸੇ ਨਾਲ ਵੀ ਗੱਲ ਕਰ ਲਓ, 100 ਦੇ ਵਿੱਚੋਂ ਦੀ 100 ਬੰਦਾ ਇਹਨਾਂ ਨੂੰ ਅਨਰੀਜ਼ਨੇਬਲ ਕਹੇਗਾ। ਉਹਦਾ ਕਾਰਨ ਬਿਲਕੁਲ ਇਹ ਹੈ ਕਿ ਵੀ ਇਸ ਟਾਈਮ ਈਗੋ ਪ੍ਰੋਬਲਮ ਵੀ ਕ੍ਰੀਏਟ ਹੋ ਗਈ ਹੈ। ਅੱਜ ਦੀ ਡੇਟ ਦੇ ਵਿੱਚ ਜਿਹੜਾ ਹੈ ਮੋਦੀ ਇਜ਼ ਦਾ ਮੋਸਟ ਹੇਟਡ ਮੈਨ ਇਨ ਇੰਡੀਆ ਨਾਓ। ਉਹਦੇ ਅਗੇਂਸਟ ਮਤਲਬ ਥਾਂ ਤੇ ਉਹਦੇ ਅਗੇਂਸਟ ਉਹਦੇ ਕੀ ਹਾਲ ਹੋ ਰਿਹਾ ਹੈ, ਤਾਂ ਇਹਦਾ ਇੱਕ ਰੈਪਰਕਸ਼ਨ ਹੈ। ਔਰ ਮੈਂ ਵੈਸੇ ਤਾਂ ਹਰੇਕ ਕ੍ਰਾਈਸਿਸ ਦੇ ਵਿੱਚ ਨਾ ਮੈਂ ਇੱਕ ਹਮੇਸ਼ਾ ਮੈਂ ਥੋੜ੍ਹਾ ਜਿਹਾ ਹੋਪਫੁਲ ਰਹਿਣਾ। ਮੈਨੂੰ ਲੱਗਦਾ ਵਾ ਕਿ ਵੀ ਇਹ ਜੇ ਕ੍ਰਾਈਸਿਸ ਨਾ ਕ੍ਰੀਏਟ ਹੁੰਦਾ, ਇਹ ਕ੍ਰਾਈਸਿਸ ਜਿਹੜਾ ਫਾਰਮ ਬਿਲਸ ਤੋਂ ਬਾਹਰ ਨਾ ਹੋਇਆ, ਮੋਦੀ ਔਰ ਬੀਜੇਪੀ ਦੀਆਂ ਜਿਹੜੀਆਂ ਕਾਨੂੰਨੀਆਂ ਸਾਜ਼ਿਸ਼ਾਂ ਵਾ ਉਹ ਐਕਸਪੋਜ਼ ਵੀ ਨਹੀਂ ਹੋਣੀਆਂ। ਇਹ ਸਾਲ 2 ਸਾਲ ਤਾਂ ਅਸੀਂ ਹੰਡਾ ਲਾਂਗੇ,
ਪਰ ਅਗਲੇ 100 ਸਾਲ ਜਿਹੜਾ ਵਾ ਹਿੰਦੁਸਤਾਨ ਜਿਹੜਾ ਵਾ ਇਹੋ ਜਿਹੀਆਂ ਫੋਰਸਿਸ ਤੋਂ ਸੇਫ ਹੋ ਜਾਏਗਾ। ਰਮਨ ਜੀ, ਆਪਾਂ ਹੁਣ ਥੋੜੀ ਸਿਆਸਤ ਦੀ ਗੱਲ ਕਰ ਲਈਏ, ਕਿਸਾਨਾਂ ਦੀ ਆਪਾਂ ਕਰ ਲਈ। ਸਿਆਸਤ ਦੇ ਗਲਿਆਰਿਆਂ 'ਚ ਵੀ ਕੱਲ੍ਹ ਇੱਕ ਸ਼ਰਾਰਤ ਹੋਈ ਹੈ, ਚਰਚਾ ਉੱਠੀ ਹੈ ਕਿ ਆਮ ਆਦਮੀ ਪਾਰਟੀ ਦਾ ਸ਼੍ਰੋਮਣੀ ਅਕਾਲੀ ਦਲ ਡੈਮੋਕ੍ਰੈਟਿਕ ਜੋ ਢੀਂਡਸਾ ਸਾਹਿਬ ਹੋਰਾਂ ਦੀ ਪਾਰਟੀ ਆ ਉਹਦੇ ਨਾਲ ਗੱਠਜੋੜ ਹੋ ਰਿਹਾ, ਕਦੀ ਕਹਿੰਦੇ ਨੇ ਕਿ ਸ਼ਾਮਲ ਹੋ ਰਹੇ ਨੇ। ਨਹੀਂ, ਮੈਂ ਇਹ ਸਮਝਦਾ ਮੈਂ ਕਿ ਜਿਹੜੀ ਪੋਲਿਟਿਕਸ ਹੁੰਦੀ ਹੈ, ਪੋਲਿਟਿਕਸ ਹਮੇਸ਼ਾ ਇੱਕ ਸਟੇਟ ਆਫ ਡਾਇਨਾਮਿਜ਼ਮ 'ਚ ਰਹਿੰਦੀ ਹੈ, ਔਰ ਜਦੋਂ ਵੀ ਜਿਹਨੂੰ ਕਹੀਏ ਦਾ ਟੂ ਲਾਈਟ ਪੀਰੀਅਡ ਆਉਂਦਾ ਵਾ, ਜਦੋਂ ਇਲੈਕਸ਼ਨ ਨੇੜੇ ਆ ਜਾਂਦੇ ਆ, ਉਦੋਂ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਹੈਗੀਆਂ ਵਾ ਇਹ ਬੜੀਆਂ ਮਤਲਬ ਪ੍ਰੈਕਟਿਸ ਇਨਵੋਗ ਆ ਜਾਂਦੀਆਂ ਵਾ। ਲੋਕ ਪੋਲਿਟਿਕਸ ਦੇ ਵਿੱਚ ਇਹ ਹਰੇਕ ਦਾ ਮੇਰੇ ਖਿਆਲ ਧਰਮ ਵੀ ਹੁੰਦਾ ਵਾ, ਔਰ ਹਰੇਕ ਬੰਦਾ ਇਸ ਗੱਲ ਦੀ ਐਕਸਰਸਾਈਜ਼ ਵੀ ਕਰਦਾ ਵਾ ਕਿ ਵੀ ਅਸੀਂ ਕਿਸੇ ਨਾ ਕਿਸੇ ਤਰ੍ਹਾਂ ਜਿਹੜਾ ਵਾ ਆਪਣੀ ਸਰਕਾਰ ਬਣਾਈਏ ਔਰ ਆਪਣੀ ਸਰਕਾਰ ਦੇ ਵਿੱਚ ਸਾਡੀ ਆਈਡੀਓਲੋਜੀ ਲੈ ਕੇ ਜਾਈਏ। ਹੈਵਿੰਗ ਸੈਡ ਦੈਟ, ਪੰਜਾਬ ਦੇ ਵਿੱਚ ਇਸ ਟਾਈਮ 2 ਮੇਜਰ ਕ੍ਰਾਈਸਿਸ ਚੱਲ ਰਹੇ ਹੈ। ਇੱਕ ਤਾਂ ਕ੍ਰਾਈਸਿਸ ਹੈਗਾ ਵਾ ਇਸ ਟਾਈਮ ਖੇਤੀ ਬਿੱਲਾਂ ਕਰਕੇ, ਠੀਕ ਹੈ। ਦੂਜਾ ਹੈਗਾ ਵਾ ਕਿ ਇਸ ਟਾਈਮ ਕਰੋਨਾ ਜਿਹੜਾ ਵਾ ਇੱਕ ਬੜੇ ਡਿਫਰੈਂਟ ਤਰੀਕ ਨਾਲ ਭਿਆਨਕ ਰੂਪ ਨਾਲ ਫਿਰ ਦੁਬਾਰਾ ਵਾਪਸ ਆਇਆ ਵਾ, ਔਰ ਡਿਸਰਪਟਿਵ ਬਹੁਤ ਹੈ ਇਸ ਟਾਈਮ ਉਹ ਲੋਕਾਂ ਨੂੰ ਇਨਫੈਕਟ ਬਹੁਤ ਕਰ ਰਿਹਾ ਵਾ, ਔਰ ਲੋਕਾਂ ਨੂੰ ਇਮੀਡੀਏਟਲੀ ਮੇਰਾ ਇਹ ਮੰਨਣਾ ਵਾ ਕਿ ਆਮ ਆਦਮੀ ਪਾਰਟੀ ਦੇ ਵਿੱਚ ਬਹੁਤ ਇਮੈਚੁਰਿਟੀ ਹੈ। ਆਮ ਆਦਮੀ ਪਾਰਟੀ ਦੇ ਜਿਹੜੇ ਇੱਥੇ ਬੰਦੇ ਬਾਹਰੋਂ ਆ ਜਾਂਦੇ, ਇਸ ਵਾਰੀ ਕੋਈ ਰਾਘਵ ਚੱਡਾ ਆਇਆ ਵਾ, ਪਹਿਲਾਂ ਦੁਰਗੇਸ਼ ਪਾਠਕ, ਇਹ ਲੋਕ ਨਾ ਤਾਂ ਪੰਜਾਬੀ ਹੈ ਨਾ ਪੰਜਾਬ ਨੂੰ ਸਮਝਦੇ। ਇਹਨਾਂ ਨੂੰ ਲੱਗਦਾ ਵਾ ਵੀ ਜਿਹਨੂੰ ਸਾਨੂੰ ਜਿਵੇਂ ਕੋਈ ਪ੍ਰੋਜੈਕਟ ਦਿੱਤਾ ਅਸੀਂ ਪ੍ਰੋਜੈਕਟ ਕਰਨ ਚਲੇ ਜਾਵਾਂਗੇ। ਵੀ ਪੰਜਾਬ ਦੇ ਵਿੱਚ ਇਸ ਟਾਈਮ ਕ੍ਰਾਈਸਿਸ ਹੈ। ਮੇਰਾ ਇਸ ਤੋਂ ਵੀ ਜ਼ਿਆਦਾ ਚੱਲ ਕੇ, ਇਹ ਤਾਂ ਚਲੋ ਬੱਚੇ ਹੈਗੇ ਆ, ਇਹਨਾਂ ਨੂੰ ਤਾਂ ਮਤਲਬ ਜਿਹਨੂੰ ਕਹੀਏ ਕਿ ਨਾ ਸਮਝ ਹੈਗੇ ਆ, ਇਹਨਾਂ ਨੂੰ ਜਿਹੜੀ ਚੀਜ਼ ਮਿਲ ਗਈ ਹੈ ਖਿਲੌਣੇ ਵਾਂਗ ਮਿਲ ਗਈ ਹੈ, ਖੇਡ ਰਹੇ ਨੇ। ਪਰ ਮੈਨੂੰ ਹੈਰਾਨੀ ਜ਼ਿਆਦਾ ਨਾ ਢੀਂਡਸਾ ਸਾਹਿਬ 'ਤੇ ਹੋਈ, ਕਿਉਂਕਿ ਢੀਂਡਸਾ ਪਰਿਵਾਰ ਇੱਕ ਬਹੁਤ ਪੁਰਾਣਾ ਸਿਆਸਤ 'ਚ ਪਰਿਵਾਰ ਹੈਗਾ ਵਾ, ਔਰ ਉਹਨਾਂ ਨੂੰ ਕਾਫੀ ਚੀਜ਼ਾਂ ਦੀ ਸਮਝ ਹੈਗੀ ਹੈ ਨੇੜਲੀ, ਕਿਉਂਕਿ ਉਹਨਾਂ ਨੇ ਸੱਤਾ ਹੰਡਾਈ ਹੋਈ ਹੈ। ਮੈਨੂੰ ਇੱਕ ਗੱਲ ਮੈਨੂੰ ਜੋ ਗੱਲ ਨਹੀਂ ਸਮਝ ਆਈ, ਉਹ ਸਮਝ ਇਹ ਨਹੀਂ ਆਈ ਕਿ ਵੀ ਇਹਦਾ ਮਤਲਬ ਕਿ ਢੀਂਡਸਾ ਸਾਹਿਬ ਦੇ ਨਾਲ ਅਕਾਲੀ ਦਲ ਦੇ ਵਿੱਚ ਆਈਡੀਓਲੋਜੀਕਲੀ ਉਹ ਡਿਫੰਕਟ ਨੇ। ਉਹਨਾਂ ਨੇ ਇੱਕ ਇਹੋ ਜਿਹੇ ਨੌਸਿੱਖਿਆਂ ਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਕਿ ਜਿਨ੍ਹਾਂ ਕੋਲੇ ਕਿਸੇ ਗੱਲ ਦੇ ਪ੍ਰੈਕਟੀਕਲ ਸੋਲੂਸ਼ਨ ਜਾਂ ਜਿਹਨੂੰ ਕਹੀਏ ਮੈਚੁਰ ਆਈਡੀਆਜ਼ ਨਹੀਂ ਨੇ, ਠੀਕ ਹੈ। ਕੀ ਮਜਬੂਰੀ ਹੈ ਮੈਂ ਨਹੀਂ ਜਾਣਦਾ, ਪਰ ਇੱਕ ਗੱਲ ਇਹਦੇ ਨਾਲੋਂ ਮੈਨੂੰ ਸਮਝ ਹੋ ਗਈ ਹੈ ਕਿ ਔਰ ਇਨ ਵਨ ਬ੍ਰੈਥ ਉਹ ਹੋਰ ਜਿੰਨੇ ਪੋਲੀਟੀਕਲ ਸਟੇਕ ਹੋਲਡਰ ਉਹਨਾਂ ਦੇ ਬਾਰੇ ਵੀ ਕਰ ਰਹੇ ਜੀ, ਉਹਨਾਂ ਨੂੰ ਵੀ ਲੈ ਲਓ, ਉਹਨਾਂ ਨੂੰ ਵੀ ਲੈ ਲਓ, ਉਹਨਾਂ ਨੂੰ ਵੀ ਲੈ ਲਓ। ਤੇ ਇਹਦਾ ਮਤਲਬ ਕਿ ਉਹਨਾਂ ਕੋਲ ਕੋਈ ਬਲੂ ਪ੍ਰਿੰਟ ਜਾਂ ਗੇਮ ਪਲਾਨ ਨਹੀਂਗਾ। ਮੈਂ ਪੋਲਿਟਿਕਸ ਦੇ ਵਿੱਚ ਮੈਂ 35 ਸਾਲ ਮੈਨੂੰ ਹੋ ਗਏ ਆ। 2 ਗੱਲਾਂ ਬੜੀਆਂ ਇੰਪੋਰਟੈਂਟ ਹੈ। ਉਹ ਇੰਪੋਰਟੈਂਟ ਇਹ ਹੈ ਕਿ ਇਹ ਜਿਹੜੀ ਗਠਬੰਧਨ 2 ਤਰ੍ਹਾਂ ਦੇ ਹੁੰਦੇ। ਇੱਕ ਤਾਂ ਹੁੰਦਾ ਵਾ ਜਿਹਨੂੰ ਕਹੀਏ ਮੈਰਿਜ, ਵੀ ਸਾਡਾ ਜਿਵੇਂ ਅਸੀਂ ਕਾਂਗਰਸ ਨਾਲ ਵੈਡਿਡ ਹੈਗੇ ਹਾਂ, ਅਸੀਂ ਇਹਦੇ ਸੁੱਖ ਦੁੱਖ ਮਾੜੇ ਚੰਗੇ ਸਾਰੇ ਵਕਤ ਦੇ ਨਾਲ ਇੱਕ ਦੂਜੇ, ਸਾਡੀ ਰੋਜ਼ ਦੀ ਰੋਜ਼ ਅਜਮਾਇਸ਼ ਹੁੰਦੀ ਹੈ, ਸਾਡੀ ਲਾਇਲਟੀ ਟੈਸਟ ਹੁੰਦੀ ਹੈ, ਸਾਡੀ ਹੋਰ ਚੀਜ਼ਾਂ ਟੈਸਟ ਹੁੰਦੀਆਂ ਵਾ। ਅਸੀਂ ਉਹਨਾਂ ਚੀਜ਼ਾਂ ਦੇ ਵਿੱਚ ਹੰਡਦੇ ਹਾਂ, ਜਿਹਨੂੰ ਕਹੀਏ ਗੁੜਦੇ ਹਾਂ, ਤੇ ਅਸੀਂ ਫਿਰ ਆਪਣੇ ਸਮਾਜ ਨੂੰ ਸਮਝਦੇ ਹਾਂ ਔਰ ਇਸ਼ੂਜ਼ ਨੂੰ ਸਮਝਦੇ ਹਾਂ ਔਰ ਉਹਦੇ ਪ੍ਰੈਕਟੀਕਲ ਸੋਲੂਸ਼ਨ ਸਮਝਦੇ ਹਾਂ। ਜਿਹੜੇ ਇਦਾਂ ਦੇ ਪੋਲੀਟੀਕਲ ਅਲਾਇੰਸ ਹੁੰਦੇ ਪਏ ਆ, ਇਹ ਪੋਲੀਟੀਕਲ ਅਲਾਇੰਸ ਆਰ ਬੇਸਿਕਲੀ ਫਲਰਟੀਅਸ ਰਿਲੇਸ਼ਨਸ, ਜਿਹਨੂੰ ਕਹੀਏ ਕਿ ਇਹ ਇੱਕ ਦੂਜੇ ਨਾਲ ਫਲਰਟ ਕਰ ਰਹੇ ਨੇ। ਇਹਨਾਂ ਨਾਲ ਸਿੰਸੈਰਿਟੀ ਅਬਾਊਟ ਇਸ਼ੂਜ਼ ਨਹੀਂ ਹੈ, ਉਹਨਾਂ ਦੀ ਓਪਰਚੁਨਿਟੀ ਦੇ ਨਾਲ ਆਪਣੇ ਆਪ ਨੂੰ ਮਤਲਬ ਉਹਨਾਂ ਨੇ ਐਕਸਪਲੋਇਟ ਕਰਨਾ ਵਾ, ਵੀ ਇਹ ਇੰਨਾ ਯੂਜ਼ ਕਰ ਲਈਏ, ਇਹਨੂੰ ਮੈਂ ਠਿੱਬੀ ਮਾਰ ਦਾਂਗਾ ਜਾਂ ਮੈਂ ਇਹਨੂੰ ਧੋਖਾ ਦੇ ਦਿਆਂਗਾ। ਪਰ ਇਹਦੇ ਵਿੱਚ ਹੁੰਦਾ ਕੀ ਹੈ? ਇਹਦੇ ਵਿੱਚ ਹੁੰਦਾ ਅਲਟੀਮੇਟਲੀ ਇਹ ਵੈ ਕਿ ਇਹ ਲਾਇਲ ਟੂਵਰਡਸ ਇੱਕ ਤਾਂ ਆਪਣੇ ਸਟੇਟ ਨਹੀਂ ਰਹਿੰਦੇ, ਇਹਨਾਂ ਦੀਆਂ ਲਾਇਲਟੀਜ਼ ਬਿਲਕੁਲ ਪਰਸਨਲ ਹੋ ਜਾਂਦੀਆਂ ਵੈ, ਔਰ ਲੋਕ ਮੈਂ ਇਹ ਸਮਝਦਾ ਮੈਂ ਕਿ ਇਸ ਚੀਜ਼ ਨੂੰ ਸਮਝ ਲੈਣਗੇ ਕਿ ਕੌਣ ਆਦਮੀ, ਕਿਉਂਕਿ ਦੇਖੋ ਜਾਂ ਕੌਣ ਲੀਡਰਸ਼ਿਪ ਜਿਹੜੀ ਹੈ ਅੱਜ ਦੀ ਡੇਟ ਦੇ ਵਿੱਚ ਇੰਨੀ ਕੁ ਮੈਚਿਓਰ ਹੈ
ਜਿਹੜੀ ਕਿ ਗੱਲਾਂ ਨੂੰ ਸਮਝ ਸਕੇ। ਇੱਕ ਗੱਲ ਸਮਝ ਮੈਂ ਹੋਰ ਬੜੀ, ਮੇਰਾ ਬਹੁਤ ਪੁਰਾਣਾ ਰਾਜਨੀਤਿਕ ਜਿਹੜਾ ਵਾ, ਮੈਂ ਬੜੇ ਸਿਆਸਤਦਾਨਾਂ ਨਾਲ ਮੈਂ ਰਿਹਾ, ਮੈਂ ਵਿਚਰਿਆ, ਮੈਂ ਬਹੁਤਾਂ ਨੂੰ ਮੈਂ ਸਮਝਦਾ, ਮੈਂ ਪੜ੍ਹਦਾ, ਮੈਂ ਲਿਖਦਾ। ਮੈਂ ਅੱਜ ਦੀ ਡੇਟ ਦੇ ਵਿੱਚ ਪੰਜਾਬ ਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਤੋਂ ਬਿਨਾਂ ਦੀ ਲੀਡਰਸ਼ਿਪ ਔਰ ਕਾਂਗਰਸ ਦੀ ਲੀਡਰਸ਼ਿਪ ਤੋਂ ਬਿਨਾਂ ਪੰਜਾਬ ਇਸ ਕ੍ਰਾਈਸਿਸ 'ਚ ਅੱਗੇ ਨਹੀਂ ਮੂਵ ਕਰ ਸਕਦਾ। ਜਿੱਡੀ ਵੱਡੀ ਹਿਤੈਸ਼ੀ ਅੱਜ ਦੀ ਡੇਟ ਦੇ ਵਿੱਚ ਕਾਂਗਰਸ ਪਾਰਟੀ ਪੰਜਾਬ ਦੀ ਹੈਗੀ ਹੈ, ਉਸ ਤੋਂ ਜ਼ਿਆਦਾ ਕੋਈ ਨਹੀਂ। ਜਿੰਨੇ ਬ੍ਰਿਕ ਬਾਈ ਬ੍ਰਿਕ, ਜਿਹਨੂੰ ਕਹੀਏ ਬੇਬੀ ਸਟੈਪਸ ਦੇ ਨਾਲ ਅਸੀਂ 10 ਸਾਲ ਦੇ ਅਨਾਰਕੀ ਨੂੰ, 10 ਸਾਲ ਦੀ ਲॉलेसनेस ਨੂੰ, 10 ਸਾਲ ਦੇ ਆਰਥਿਕ ਦਿਵਾਲੀਏਪਨ ਨੂੰ ਸੰਭਾਲ ਕੇ, ਜਿਹਨੂੰ ਕਹਿੰਦੇ ਹਮ ਲਾਏ हैं तूफान से किश्ती निकाल के, ਉਹ ਵਾਲੀ, ਉਹ ਜਿਹੜੀ ਤੂਫਾਨ ਚੋਂ ਕਿਸ਼ਤੀ ਲੈ ਕੇ ਆਏ ਹੈ ਨਾ, ਇਹ ਕੈਪਟਨ ਅਮਰਿੰਦਰ ਸਿੰਘ ਦੀ ਔਰ ਉਹਨਾਂ ਦੀ ਟੀਮ ਔਰ ਕਾਂਗਰਸ ਦੀ ਸੂਝ-ਬੂਝ ਔਰ ਕਾਂਗਰਸ ਦੀ ਯੂਨਿਟੀ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀ। ਇਹ ਗੱਲ ਤੇ ਦੇਖੋ ਕੁਐਸਚਨ ਮਾਰਕ ਹੋ ਸਕਦੇ, ਇੱਕ ਮਿੰਟ ਇੱਕ ਕੁਐਸਚਨ ਮਾਰਕ ਹੋ ਸਕਦੇ ਆ ਕਿ ਤੁਸੀਂ ਕਿਹਾ ਕੀ ਸੀਗਾ, ਅਚੀਵ ਕੀ ਕੀਤਾ। ਬਟ ਪੁਆਇੰਟ ਇਹ ਹੈ ਕਿ ਵੀ ਕੀ ਅਸੀਂ ਬੈਕ ਟਰੈਕ ਤੇ ਨਹੀਂ ਹੋਏ ਨਾ, ਅਸੀਂ ਲੀਨੀਅਰਲੀ ਉਹਦੇ ਫਾਰਵਰਡ ਮੂਵਿੰਗ ਸੀ ਨਾ। ਚੀਜ਼ਾਂ ਜਿਹੜੀਆਂ ਕੁਝ ਐਕਵਾਇਰ ਤਾਂ ਹੁੰਦੀਆਂ ਮੈਂ, ਜਦੋਂ ਉਹ ਤਦ ਹੀ ਐਕਵਾਇਰ ਹੁੰਦੀਆਂ ਮੈਂ ਕਿ ਜਦੋਂ ਤੁਹਾਡੇ ਕੋਲ ਰਿਸੋਰਸਿਸ ਹੋਣ। ਔਰ ਇੱਕ ਔਰ ਦੇਖੋ ਜਿਹੜਾ ਕਿ ਕੁਦਰਤ ਦਾ ਮੈਂ ਸਮਝਦਾ ਮੈਂ ਵੀ ਕਿੱਡਾ ਵੱਡਾ ਇਸ ਟਾਈਮ ਪ੍ਰਕੋਪ ਹੈ ਕਿ ਐਡਾ ਵੱਡਾ ਕਰੋਨਾ ਦਾ ਕ੍ਰਾਈਸਿਸ ਜਿਹਨੇ ਕਿ ਵਰਲਡ ਦੀ ਇਕੋਨਮੀ ਨੂੰ ਡਿਸਰਪਟ ਕਰ ਦਿੱਤਾ ਵੈ, ਵਰਲਡ ਦੀ ਇਕੋਨਮੀ ਨੂੰ ਡਿਸਟਰਬ ਕਰਤਾ, ਉਹ ਸਾਰੀਆਂ ਚੀਜ਼ਾਂ ਸ਼ੇਕ ਕਰ ਦਿੱਤੀਆਂ ਮੈਂ, ਸਾਰੇ ਮਾਡਲ ਸ਼ੇਕ ਕਰ ਦਿੱਤੇ ਹੈ। ਉਹਦੇ ਵਿੱਚ ਵੀ ਤੁਸੀਂ ਸਾਹ ਲੈ ਕੇ ਸਟੇਟ ਨੂੰ ਬੇਬੀ ਸਟੈਪਸ ਨਾਲ ਅੱਗੇ ਲੈ ਕੇ ਜਾ ਰਹੇ ਹੋ। ਇਹ ਕੋਈ ਛੋਟੀ ਮੋਟੀ, ਤੁਸੀਂ ਆਮ ਆਦਮੀ ਪਾਰਟੀ ਕਿਹਾ ਕਿ ਕੋਈ ਕਦੀ ਭੇਜ ਦਿੰਦੇ ਆ ਪੰਜਾਬ 'ਚ, ਕੋਈ ਕਿਸੇ ਨੂੰ ਬਾਹਰੋਂ ਭੇਜ ਦਿੰਦੇ ਨੇ। ਕੈਪਟਨ ਸਾਹਿਬ ਵੀ ਪਿਛਲੀ ਵਾਰੀ ਵੀ ਲੈ ਕੇ ਆਏ ਸੀ ਤੇ ਐਤਕੀ ਵੀ ਪ੍ਰਸ਼ਾਂਤ ਕਿਸ਼ੋਰ ਹੋਰਾਂ ਨੂੰ ਲੈ ਕੇ ਆਏ ਨੇ। ਦੇਖੋ ਮੈਂ ਇੱਕ ਉਸ ਗੱਲ ਨੂੰ ਤੁਸੀਂ ਪ੍ਰਸ਼ਾਂਤ ਕਿਸ਼ੋਰ ਨਾਲ ਰਿਲੇਟ ਨਾ ਕਰੋ, ਪਰ ਜ਼ਰੂਰਤ ਕੀ ਪੈ ਗਈ ਸਲਾਹਕਾਰ ਦੀ? ਕੈਪਟਨ ਸਾਹਿਬ ਦੀ ਆਪਣੀ ਵਿਜ਼ਨ ਕਲੀਅਰ ਨਹੀਂ। ਨਹੀਂ ਇਸ ਤਰ੍ਹਾਂ ਨਹੀਂ। ਇੱਕ ਤਾਂ ਨੰਬਰ 1 ਗੱਲ ਹੁੰਦਾ ਵਾ ਕਿ ਵੀ ਜਿਹੜੀ ਪੋਲਿਟਿਕਸ ਹੋ ਗਈ ਹੈ ਉਹ ਓਵਰ ਦਾ ਈਅਰਸ ਥੋੜੀ ਜੀ ਚੇਂਜ ਹੋ ਗਈ ਹੈ, ਉਹਦੀ ਨੇਚਰ ਬੇਸਿਕਲੀ ਚੇਂਜ ਹੋ ਗਈ ਹੈ। ਜਿਹੜੀ ਪ੍ਰਸ਼ਾਂਤ ਕਿਸ਼ੋਰ ਜਾਂ ਉਹਨਾਂ ਦੀ ਜਿਹੜੀ ਟੀਮ ਹੈਗੀ ਆ ਉਹ ਕਾਫੀ ਚੀਜ਼ਾਂ 'ਚ ਸਪੈਸ਼ਲਾਈਜ਼ ਕਰਦੀ ਹੈ। ਸਾਨੂੰ ਅਲਟੀਮੇਟਲੀ ਇਲੈਕਸ਼ਨ ਅਸੀਂ ਲੈ ਕੇ ਜਾਣਾ ਵਾ, ਇਲੈਕਸ਼ਨ ਦੇ ਵਿੱਚ ਸਾਨੂੰ ਸਟ੍ਰੈਟਜੀਜ਼ ਚਾਹੀਦੀਆਂ ਹੁੰਦੀਆਂ ਨੇ। ਉਹ ਸਟ੍ਰੈਟਜੀਜ਼ ਏਜੰਡੇ ਲਈ ਵੀ ਚਾਹੀਦੀਆਂ ਹੁੰਦੀਆਂ, ਉਹ ਸਟ੍ਰੈਟਜੀਜ਼ ਕੈਂਡੀਡੇਟਸ ਬਾਰੇ ਵੀ ਚਾਹੀਦੀਆਂ ਹੁੰਦੀਆਂ ਵਾ। ਉਹ ਸਟੈਂਡਰਡੀ ਉਹ ਜਿਹੜੀਆਂ ਹੁੰਦੀਆਂ, ਤੁਸੀਂ ਮੈਂ ਤੁਹਾਨੂੰ ਐਗਜ਼ਾਮਪਲ ਦਿੰਦਾ ਵਾ, ਅੱਜ ਦੀ ਡੇਟ 'ਚ ਜਿੰਨੀਆਂ ਵੀ ਵੱਡੀਆਂ ਏਜੰਸੀਜ਼ ਹੈਗੀਆਂ ਵਾ, ਜਿੰਨੇ ਵੱਡੀਆਂ ਪਬਲਿਕ ਸੈਕਟਰ ਨੇ, ਉਹ ਸਾਰਿਆਂ 'ਚ ਆਪਣੇ ਉਹਨਾਂ ਦੇ ਆਪਣੇ ਵੀ ਆਡਿਟ ਵਿਜੀਲੈਂਸ ਹੈਗੀਆਂ ਵਾ, ਪਰ ਉਹ ਥਰਡ ਪਾਰਟੀ ਆਡਿਟ ਕਿਉਂ ਕਰਾਉਂਦੀਆਂ ਵਾ? ਇਹਦਾ ਮੈਂ ਇਹ ਸਮਝਦਾ ਮੈਂ ਇਹ ਨਵੀਂ ਟ੍ਰੈਂਡ ਆਫ ਪੋਲਿਟਿਕਸ ਹੈ, ਇਹ ਨਵਾਂ ਟ੍ਰੈਂਡ ਹੈ ਪੋਲਿਟਿਕਸ ਦੇ ਵਿੱਚ। ਅਸੀਂ ਜੇ ਪ੍ਰਸ਼ਾਂਤ ਕਿਸ਼ੋਰ ਲਿੱਤਾ ਵਾ, ਇਹ ਕੋਈ ਹੋਰ ਲੈ ਲੈਣ, ਕੋਈ ਹੋਰ ਕਿਸ਼ੋਰ ਕੁਮਾਰ ਲੈ ਲੈਣ। ਪਰ ਉਹਨਾਂ ਨੂੰ ਫਿਰ ਤੁਸੀਂ ਪੰਜਾਬ ਸਰਕਾਰ ਦੇ ਖਰਚੇ ਤੇ ਕਿਉਂ ਲੈ ਕੇ ਆਏ ਹੋ? ਪੰਜਾਬ ਸਰਕਾਰ ਦਾ ਖਰਚਾ ਤਾਂ ਉਹਦੇ ਵਿੱਚ ਮੇਰਾ ਕਿ ਜੇ ਉਹਨਾਂ ਦਾ ਰੋਲ ਕੋਈ ਜੇ ਬੜੀ ਨੋਮੀਨਲ ਜੇ, ਮੇਰਾ ਖਿਆਲ ਪਹਿਲੀ ਗੱਲ ਤੱਕ ਉਹਨਾਂ ਨੂੰ ਕੋਈ ਇੰਨਾ ਜ਼ਿਆਦਾ ਉਹ ਯੂਜ਼ ਨਹੀਂ ਕਰ ਰਹੇ, ਛੋਟੀ ਮੋਟੀ ਫੈਸਿਲਿਟੀ ਦੇ ਰਹੇ ਨੇ ਜਿਹੜੇ ਕਿ ਅਸੀਂ ਐਜ਼ ਅ ਚੇਅਰਮੈਨ ਲੈ ਰਹੇ ਹਾਂ, ਐਜ਼ ਅ ਐਡਵਾਈਜ਼ਰ ਲੈ ਰਹੇ ਹਾਂ, ਔਰ ਐਜ਼ ਅ ਪ੍ਰੈਰੋਗੇਟਿਵ ਹੈਗਾ ਵਾ। ਕਿਸੇ ਨੇ ਨਹੀਂ ਰੋਕਿਆ ਬਾਦਲ ਸਾਹਿਬ ਨੂੰ ਕਿ ਵੀ ਤੁਸੀਂ ਆਪਣੇ ਬੰਦੇ ਰੱਖ ਲਓ, ਕਿਸੇ ਨੇ ਨਹੀਂ ਰੋਕਿਆ ਆਮ ਆਦਮੀ ਪਾਰਟੀ ਨੂੰ ਤੁਸੀਂ ਆਪਣੇ ਬੰਦੇ ਰੱਖ ਲਓ। ਤੁਸੀਂ ਤੁਹਾਨੂੰ ਤਾਂ ਯਾਦ ਹੋਣਾ ਵਾ ਕਿ ਦਿੱਲੀ ਦੇ ਵਿੱਚ ਉਹ ਕ੍ਰਾਈਸਿਸ ਆ ਗਿਆ ਸੀ, ਆਫਿਸ ਆਫ ਪ੍ਰੋਫਿਟ ਦਾ ਕ੍ਰਾਈਸਿਸ ਆ ਗਿਆ ਸੀ, ਇਹਨਾਂ ਦੇ 21 ਬੰਦੇ ਜਿਹੜੇ ਸਸਪੈਂਡ ਹੋ ਜਾਣੇ ਸੀ। ਤੋ ਇਹ ਜਦੋਂ ਸਰਕਾਰਾਂ ਬਣਦੀਆਂ ਹੈਗੀਆਂ ਵਾ, ਉਹਦੇ ਵਿੱਚ ਸਾਨੂੰ ਆਪਣੇ ਬੰਦੇ ਜਿਹੜੇ ਹੈਗੇ ਲੈ ਕੇ ਆਉਣੇ ਪੈਂਦੇ ਆ ਤੇ ਉਹਨਾਂ ਤੋਂ ਸਰਵਿਸਿਜ਼ ਜਿਹੜੀਆਂ ਲੈਣੀਆਂ ਹੁੰਦੀਆਂ ਵਾ। ਉਹ ਮੇਰਾ ਆਪਣਾ, ਜੇ ਤਾਂ ਦੇਖੋ ਅਨਕਨਸਟੀਟਿਊਸ਼ਨਲ ਕੋਈ ਚੀਜ਼ ਹੈ ਫਿਰ ਤਾਂ ਜ਼ਰੂਰ ਤੁਸੀਂ ਇਹਦੇ ਤੇ ਇਸ ਤੇ ਕੁਐਸਚਨ ਮਾਰਕ ਤਾਂ ਜ਼ਰੂਰ ਕਰੋ। ਤੇ ਜੇ ਪਰ ਕੈਬਨਿਟ ਰੈਂਕ ਤਾਂ ਦਿੱਤਾ ਨਾ, ਉਹ ਸਾਰੀਆਂ ਗੱਡੀਆਂ ਦਾ ਉਹ ਖਰਚਾ ਦਾ ਭਾਰ ਤਾਂ ਪੰਜਾਬ ਸਰਕਾਰ ਤੇ ਪਊਗਾ, ਲੋਕਾਂ ਦੀ ਜੇਬ ਤੇ ਪਊਗਾ ਨਾ। ਮੇਰਾ ਆਪਣਾ ਇਹ ਮੰਨਣਾ, ਕਿਉਂਕਿ ਪਿਛਲੀ ਵਾਰੀ ਰੈਲੀਆਂ ਤੇ ਕਈ 100 ਕਰੋੜ ਜੋ ਆਈ ਸੀ ਪ੍ਰਸ਼ਾਂਤ ਕਿਸ਼ੋਰ ਨੇ ਦਿੱਤਾ ਸੀਗਾ, ਤੇ ਹੁਣ ਤੁਸੀਂ ਇੱਕ ਕਹਿ ਦਿੱਤਾ ਕਿ 1 ਰੁਪਈਆ ਤਨਖਾਹ ਤੇ ਆਈ ਹੈ। ਜਿਹੜਾ ਬੰਦਾ ਸ਼ਰੇਆਮ ਕਹਿੰਦਾ ਕਿ ਮੈਂ ਕਰੋੜਾਂ ਰੁਪਈਏ ਲੈ ਕੇ ਸਟ੍ਰੈਟਜੀ ਬਣਾਉਣਾ, ਉਹ 1 ਰੁਪਈਆ ਤਨਖਾਹ ਤੇ ਆ ਜਾਏਗਾ। ਮੇਰਾ ਇਹ ਮੰਨਣਾ ਮੈਂ ਕਿ ਇਹ ਜਦ ਤੱਕ ਤੁਹਾਡੇ ਕੋਲ ਬਲੈਕ ਐਂਡ ਵਾਈਟ ਚ ਨਾ ਆਵੇ ਵੀ ਇਹਨਾਂ ਤੇ ਪੈਸਾ ਕਿੰਨਾ ਖਰਚ ਕਰ ਰਿਹਾ ਵੇ, ਉਸ ਤੋਂ ਬਾਅਦ ਆਪਾਂ ਇਸ ਤੇ ਗੱਲ ਕਰੀਏ। ਹਾਈਪੋਥੈਟੀਕਲ ਗੱਲਾਂ ਕਰਨੀਆਂ ਬੜੀਆਂ ਮਤਲਬ ਬੜੀਆਂ ਹੁੰਦੀਆਂ। ਜਿਵੇਂ ਮੈਂ ਚੇਅਰਮੈਨ ਹੈਗਾ ਤੇ ਮੈਂ ਤਨਖਾਹ ਤਾਂ ਮੇਰੀ ਪੀਐਨ ਤੋਂ ਵੀ ਘੱਟ ਹੈ, ਕੰਮ ਮੈਂ ਕਿੰਨਾ ਵੱਡਾ ਕਰ ਰਿਹਾ। ਤਾਂ ਤੁਸੀਂ ਗੱਲ ਨੂੰ ਇਹ ਨਾ ਸਮਝੋ, ਕਈ ਚੀਜ਼ਾਂ ਪੈਸੇ ਤੋਂ ਬਿਯੋਂਡ ਵੀ ਹੁੰਦੀਆਂ, ਇਹ ਪੈਸ਼ਨ ਵੀ ਹੁੰਦਾ ਵਾ। ਕਈ ਪ੍ਰਸ਼ਾਂਤ ਕਿਸ਼ੋਰ ਦਾ ਇੱਕ ਤੁਸੀਂ ਇੱਕ ਪਹਿਲੂ, ਇੱਕ ਹੋਰ ਆਹ ਗੱਲ ਤਾਂ ਤੁਸੀਂ ਸਾਨੂੰ ਕਹਿਤੀ, ਇੱਕ ਪਹਿਲੂ ਉਹਦਾ ਹੋਰ ਹੈ ਜਿਹੜਾ ਕਿ ਤੁਸੀਂ
ਕਦੀ ਵੀ ਉਸ ਦੇ ਪ੍ਰੋਜੈਕਟ ਨਹੀਂ ਕਰਦੇ। ਉਹ ਐਂਟੀ ਡਿਕਟੇਟੋਰੀਅਲ ਹੈ, ਉਹ ਐਂਟੀ ਫਾਸਿਸਟ ਹੈ, ਉਹ ਪੋਲਿਟਿਕਸ ਨੂੰ ਸਮਝਦਾ ਹੈ। ਉਹ ਪੋਲਿਟਿਕਸ 'ਚ ਜਾ ਕੇ ਕਹਿੰਦਾ ਪਿਆ ਵਾ ਕਿ ਵੀ ਜੇ ਇਹ ਫੋਰਸਿਸ ਨੂੰ ਤੁਸੀਂ ਅਲਾਉ ਕਰਦੇ ਹੋ ਅੱਗੇ ਆਉਣ ਲਈ ਤੇ ਤੁਸੀਂ ਹਮੇਸ਼ਾ ਲਈ ਗੁਲਾਮ ਹੋ ਜਾਓਗੇ। ਇਹ ਜਿਹੜੀਆਂ ਵਾਰਨਿੰਗਸ ਹੈਗੀਆਂ ਮੈਂ, ਇਹ ਵਾਰਨਿੰਗ ਉਹਦੇ ਇੰਟੈਲੈਕਟ ਦਾ ਜੇ ਉਹ ਕੋਈ ਇਸ ਚੀਜ਼ ਨੂੰ ਜੇ ਉਹ ਆਪਣੇ ਆਪ ਨੂੰ ਮੋਨੇਟਾਈਜ਼ ਕਰ ਰਿਹਾ ਹੈ ਜਾਂ ਉਹਨਾਂ ਨੂੰ ਕੋਈ ਪੈਸੇ ਉਹ ਲੈ ਵੀ ਰਿਹਾ ਵਾ ਤੇ ਫਿਰ ਉਹ ਆਪਣੀ ਕਾਬਲੀਅਤ ਦੇ ਲੈ ਰਿਹਾ। ਅਸੀਂ ਹਰੇਕ ਬੰਦੇ ਨੂੰ ਉਹਨਾਂ ਪੈਸਾ ਨਹੀਂ ਦੇ ਰਹੇ। ਜੇ ਉਹਦੇ 'ਚ ਕਾਬਲੀਅਤ ਹੈ ਤੇ ਜੇ ਉਹ ਇੰਨਾ ਕੁ ਪਾਰਖੀ ਹੈ ਔਰ ਜੇ ਉਹ ਸਾਡੀ ਵਾਈਡਰ ਆਈਡੀਓਲੋਜੀ ਨੂੰ ਜਿਹੜਾ ਵਾ ਐਡਰੈਸ ਕਰਦਾ ਵਾ, ਅਸੀਂ ਹਿੰਦੁਸਤਾਨ ਨੂੰ ਡੈਮੋਕ੍ਰੈਟਿਕ ਰੱਖੀਏ। ਪਰ ਰਮਨ ਜੀ ਉਹ ਤਾਂ ਫਿਰ ਤੁਹਾਡੀ ਵੋਟਾਂ ਲੈਣ ਦਾ ਹੋ ਗਿਆ ਨਾ, ਪਰ ਇਹ ਹੁਣ ਤਾਂ ਪੈਸਾ ਲੋਕਾਂ ਦੀ ਜੇਬ ਚੋਂ ਜਾ ਰਿਹਾ ਨਾ, ਪੰਜਾਬ ਦੀ ਜਨਤਾ ਦੀ ਜੇਬ ਚੋਂ ਜਾ ਰਿਹਾ ਨਾ। ਮੇਰੀ ਬੇਨਤੀ ਇਹ ਹੈ ਕਿ ਉਹਨਾਂ ਨੇ ਤਾਂ ਤੁਹਾਡੀ ਸਟ੍ਰੈਟਜੀ ਬਣਾਣੀ ਹੈ 2022 ਵਾਸਤੇ। ਦੱਸੋ, ਮੈਂ ਤੁਹਾਡੀ ਗੱਲ ਮੈਂ ਕਹਿੰਦਾ ਵੀ ਮੰਨ ਲਓ ਵੀ ਉਹਦੇ ਲਈ ਸਾਲ ਲਈ ਸਾਡਾ 1 ਕਰੋੜ ਰੁਪਏ ਖਰਚਾ ਆ ਵੀ ਗਿਆ। 1 ਸੈਕਿੰਡ, 1 ਕਰੋੜ ਦੇ ਨਾਲ ਵੀ ਹਿੰਦੁਸਤਾਨ ਦੇ ਵਿੱਚ ਲਿਬਰਲ ਅਸੀਂ ਰਹੀਏ, ਫ੍ਰੀ ਅਸੀਂ ਰਹੀਏ, ਸਾਨੂੰ ਫਾਸਿਸਟ ਫੋਰਸਿਸ ਨੂੰ ਅਸੀਂ ਹਰਾ ਪਾਈਏ, ਲੋਕਾਂ ਦੇ ਵਿੱਚ ਉਹਨਾਂ ਦੀਆਂ ਲਿਬਰਟੀਜ਼ ਰੱਖੀਏ, ਉਹਨਾਂ ਦੇ ਫੰਡਾਮੈਂਟਲ ਵੈਲਿਊਜ਼ ਉਹਨਾਂ ਨੂੰ ਰੱਖੀਏ, ਉਹਨਾਂ ਨੂੰ ਅਸੀਂ ਬੈਟਰ ਇੱਕ ਫ੍ਰੀ এনवायरमेंट ਦੇ ਸਕੀਏ ਤੇ ਕੀ ਮੇਰੀ ਇੱਕ ਗੱਲ ਸੁਣੋ, ਇਹ ਫਿਰ ਤੁਸੀਂ ਆਪਣੀ ਪਾਰਟੀ ਫੰਡ ਚੋਂ ਦੋ ਨਾ, ਪੰਜਾਬ ਸਰਕਾਰ ਦੇ ਖਜ਼ਾਨੇ ਚੋਂ ਕਿਉਂ? ਨਹੀਂ ਪਾਰਟੀ, ਉਹ ਦੇਖੋ ਇਹ ਗੱਲ ਤੁਹਾਡਾ ਆਪਣਾ ਇੱਕ ਨਜ਼ਰੀਆ ਹੈ। ਅਸੀਂ ਉੱਥੇ ਸਾਡੇ ਕਈ ਲੋਕ ਜਿਹੜੇ ਐਡਵਾਈਜ਼ਰ ਰੱਖੇ ਜਾਂਦੇ ਹੈਗੇ ਆ, ਅਸੀਂ ਇਹੋ ਜਿਹੇ ਬੰਦਿਆਂ ਨੂੰ ਵੀ ਤਾਂ ਤਨਖਾਹ ਦੇ ਰਹੇ ਹਾਂ ਕਈ ਅਫਸਰਾਂ ਨੂੰ ਕਿ ਜਿਹੜੇ ਕੱਖ ਨਹੀਂ ਕੰਮ ਕਰਦੇ ਔਰ ਇਸ ਤੋਂ ਜ਼ਿਆਦਾ ਮਹਿੰਗੇ ਪੈਂਦੇ ਆ। ਇਹ ਤਾਂ ਵੀ ਸਾਡੇ ਘੱਟੋ ਘੱਟ ਸਾਡੀ ਜਿਹੜੀਆਂ ਇਲੈਕਟੋਰਲ ਲਿਬਰਲ ਵੈਲਿਊਜ਼ ਨੂੰ ਫਿਰ ਨਹੀਂ ਕਰਦੇ, ਤੁਸੀਂ ਕੱਢਦੇ ਕਿਉਂ ਨਹੀਂ ਉਹਨਾਂ ਨੂੰ? ਨਹੀਂ, ਇਹ ਤਾਂ ਦੇਖੋ ਮੇਰੇ ਲੈਵਲ ਦਾ ਡਿਸੀਜਨ ਨਹੀਂ, ਇਹ ਕੁਐਸਚਨ ਨੂੰ ਆਪਾਂ ਜ਼ਿਆਦਾ ਖਿੱਚਣ ਦੀ ਲੋੜ ਵੀ ਨਹੀਂ ਹੈ। ਬਹੁਤ ਬਹੁਤ ਧੰਨਵਾਦ ਜੀ। ਤਾਂ ਇਹ ਸਨ ਸਾਡੇ ਨਾਲ ਰਮਨ ਸੁਬਰਾਮਨਿਅਮ ਜੀ, ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਹੈ ਕਿ ਹੁਣ ਕੱਲ ਤੋਂ ਕਣਕ ਦੀ ਅਦਾਇਗੀ ਸ਼ੁਰੂ ਹੋ ਰਹੀ ਹੈ, ਮਾਫ ਕਰਨਾ ਖਰੀਦ ਸ਼ੁਰੂ ਹੋ ਰਹੀ ਹੈ ਤੇ ਉਸ ਦੀ ਅਦਾਇਗੀ ਹੁਣ ਕਿਸ ਤਰ੍ਹਾਂ ਹੋਏਗੀ। ਪੰਜਾਬ ਸਰਕਾਰ ਹੁਣ ਕਿਸ ਤਰ੍ਹਾਂ ਕਿਸਾਨਾਂ ਤੋਂ ਕਣਕ ਖਰੀਦੇਗੀ, ਉਹਨਾਂ ਨੂੰ ਪੈਸੇ ਕਿਸ ਤਰ੍ਹਾਂ ਦੇਗੀ, ਜਾਂ ਕੇਂਦਰ ਹੁਣ ਕਿਸ ਤਰ੍ਹਾਂ ਅਦਾਇਗੀ ਕਰੇਗਾ, ਕਿਉਂਕਿ ਕੇਂਦਰ ਹਜੇ ਤੱਕ ਅੜਿਆ ਹੋਇਆ। ਤੇ ਅੱਜ ਆੜਤੀਆਂ ਦੇ ਨਾਲ ਕੈਪਟਨ ਅਮਰਿੰਦਰ ਸਿੰਘ ਦੀ ਮੀਟਿੰਗ ਵੀ ਚੱਲ ਰਹੀ ਹੈ, ਉਸ 'ਚ ਵੀ ਪਤਾ ਲੱਗਿਆ ਕਿ ਕਈ ਭਰੋਸਾ ਦਿੰਦੇ ਨੇ ਕੈਪਟਨ ਅਮਰਿੰਦਰ ਸਿੰਘ ਆੜਤੀਆਂ ਨੂੰ, ਤੇ ਕਿਸ ਤਰ੍ਹਾਂ ਹੁਣ ਸਾਰਾ ਅੱਗੇ ਚੱਲੇਗਾ। ਤਾਂ ਵਧੇਰੇ ਅਪਡੇਟਸ ਸੀ ਸਾਡੇ ਨਾਲ ਜੁੜੇ ਰਹੋ। ਕੈਮਰਾਮੈਨ ਸਤਵੰਤ ਮਠਾੜੂ ਦੇ ਨਾਲ ਅਤੇ ਹੈਰੀ ਦੇ ਨਾਲ ਸਨਮਜੀਤ ਸਿੰਘ ਲੁਧਿਆਣਾ।